जी। तू सुल्तान कहाँ हूँ मियाँ, तेरी कवन वडाई। जो तू देह सो कहाँ सुआमी, मैं मूरख कहन न जाई। सतनाम। धन वाहिगुरु साहिब जी। राग गोड़ी चेती, बाणी नाम देओ जियो की। एक ओंकार सतगुर प्रसाद। देवा पहन तारियले, राम कहत जन कस न तरे। देवा पहन तारियले, राम कहत जन कस न तरे। रहाउ। तारिले गनिका बिन रूप कुबिजा, ब्याध अजामल तारियले। चरण बधिक जन त्यों मुकत भय, हों बल बल जिन राम कहे। दासी सुत जन विदर सुदामा, उग्र सैन को राज दिए। जपहीन तपहीन कुलहीन क्रमहीन, नामे के स्वामी त्यों तरे। दासी सुत जन बिदर सुदामा, उग्र सैन को राज दिए। जपहीन तपहीन कुलहीन क्रमहीन, नामे के स्वामी त्यों तरे। वाहिगुरु जी का खालसा, वाहिगुरु जी की फतेह। परम सम्मानयोग वाणी के बोहित सतगुरु धन धन श्री गुरु ग्रंथ साहब महाराज जी दी पावन हजूरी विच जुड़ बैठे सतसंगी जनों, सतगुरां ने कृपा की भगतां दी बाणी नूं विचारन दा सुभाग समा प्राप्त होया है। अज दे विचार अधीन पावन शबद राग गोड़ी चेती विच धन धन
ਭਗਤ ਨਾਮਦੇਵ ਜੀ, ਜਿਨ੍ਹਾਂ ਦੀ ਪਾਵਨ ਦਸਨਾ ਤੋਂ ਇਹ ਦਰਗਾਹੀ ਬੋਲ ਉਚਾਰਨ ਹੋਏ ਹਨ। ਪਾਵਨ ਅੰਕ 345 ਦੇ ਉੱਤੇ ਇਹ ਦਰਗਾਹੀ ਬੋਲ ਦਰਜ ਹਨ। ਆਓ ਇਸ ਪਾਵਨ ਸ਼ਬਦ ਦੀ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਮਨੋਬਿਰਤੀਆਂ ਇਕਾਗਰ ਕਰੋ। ਪ੍ਰੇਮ ਸਹਿਤ ਗੁਰੂ ਮੰਤਰ ਦੀ ਸਾਂਝ ਕਰੋ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਿਨਾਮ ਸ੍ਰੀ ਵਾਹਿਗੁਰੂ। ਇਸ ਪਾਵਨ ਸ਼ਬਦ ਦੇ ਉੱਤੇ ਜੋ ਸਿਰਲੇਖ ਹੈ, ਰਾਗ ਗੋੜੀ ਚੇਤੀ। ਗੋੜੀ ਰਾਗ ਦੇ ਵਿੱਚ 12 ਕਿਸਮਾਂ ਨੇ। ਉਹਨਾਂ ਵਿੱਚੋਂ ਇੱਕ ਰਾਗ ਦੀ ਕਿਸਮ ਚੇਤੀ ਵੀ ਹੈ। ਬਾਣੀ ਨਾਮ ਦਿਓ ਜੀਓ ਕੀ, ਇਹ ਜਿਹੜੀ ਬਾਣੀ ਹੈ ਭਗਤ ਨਾਮਦੇਵ ਜੀ ਦੀ ਉਚਾਰਨ ਕੀਤੀ ਹੋਈ ਹੈ। ਸਤਿਗੁਰੂ ਜੀ ਨੇ ਬੜੇ ਸਤਿਕਾਰ ਵਾਚਕ ਵਚਨ ਭਗਤਾਂ ਦੀ ਬਾਣੀ ਦੇ ਨਾਲ ਜੋੜ ਕੇ ਲਿਖੇ ਹਨ। ਆਓ ਕਿ ਭਗਤਾਂ ਦਾ ਅਤ ਦਾ ਸਤਿਕਾਰ ਗੁਰੂ ਸਾਹਿਬਾਨਾਂ ਨੇ ਕੀਤਾ ਹੈ। ਉਸ ਤੋਂ ਅੱਗੇ ਮੰਗਲਾਚਰਨ ਦਰਜ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਇੱਕ ਹੈ, ਸਾਰਿਆਂ ਦੇ ਵਿੱਚ ਇੱਕ ਰਸ ਵਿਆਪਕ ਹੈ। ਸਤਿਗੁਰੂ ਦੀ ਕਿਰਪਾ ਰਾਹੀਂ ਉਸ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਪਾਵਨ ਅੰਕ 345 ਦੇ ਉੱਤੇ ਇਹ ਪਾਵਨ ਬੋਲ ਜੋ ਆਪਾਂ ਵਿਚਾਰ ਰਹੇ ਹਾਂ। ਦੇਵਾ ਪਾਹਨ ਤਾਰੀ ਅਲੇ, ਰਾਮ ਕਹਿਤ ਜਨ ਕਸ ਨਾ ਤਰੇ ਰਹਾਉ। ਇਹ ਸ਼ਬਦ ਦਾ ਕੇਂਦਰੀ ਭਾਵ ਹੈ। ਸ਼ਬਦ ਦੇ ਰਾਹੀਂ ਜੋ ਭਗਤ ਜੀ ਦਰਸਾ ਰਹੇ ਹਨ, ਉਹ ਇਹ ਸਮਝਾਉਣਾ ਕਰਦੇ ਹਨ ਕਿ ਉਸ ਮਾਲਕ ਨੂੰ ਸੰਬੋਧਨ ਕਰਦਿਆਂ ਆਖਿਆ ਦੇਵਾ। ਦੇਵਾ ਦਾ ਅਰਥ ਹੁੰਦਾ ਹੈ ਦੇਵ। ਦੇਵਾ ਦਾ ਅਰਥ ਹੈ ਹੇ ਪ੍ਰਭੂ। ਪਾਹਨ ਤਾਰੀ ਅਲੇ, ਹੇ ਪ੍ਰਭੂ ਉਹ ਪੱਥਰ ਵੀ ਸਮੁੰਦਰ ਉੱਤੇ ਤੂੰ ਤਰਾ ਦਿੱਤੇ ਜਿਨ੍ਹਾਂ ਉੱਤੇ ਤੇਰਾ ਨਾਮ ਲਿਖਿਆ ਗਿਆ। ਤੇਰੀ ਗੱਲ ਚਲੀ। ਆਓ ਕਿ ਭਗਤ ਨਾਮਦੇਵ ਜੀ ਨੇ ਇਸ ਸ਼ਬਦ ਦੇ ਵਿੱਚ ਜਿਹੜੀਆਂ ਗੱਲਾਂ ਕੀਤੀਆਂ ਨੇ, ਜੋ ਸਮਾਜ ਵਿੱਚ ਪ੍ਰਚਲਿਤ ਸਾਖੀਆਂ ਸਨ, ਉਹਨਾਂ ਨੂੰ ਉਦਾਹਰਨ ਵਜੋਂ ਵਰਤਿਆ ਹੈ। ਉਹਨਾਂ ਨੂੰ ਉਦਾਹਰਨ ਦੇ ਕੇ ਸਾਨੂੰ ਸਮਝਾਉਣਾ ਕੀਤਾ ਹੈ। ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਦੋਂ ਅਸੀਂ ਗੁਰਬਾਣੀ ਵਿੱਚ ਪੜ੍ਹਦੇ ਹਾਂ ਤੇ ਉਹ ਗੁਰਬਾਣੀ ਦੀ ਵਿਚਾਰਧਾਰਾ ਜਾਂ ਗੁਰਮਤਿ ਨਹੀਂ ਹੁੰਦੀ, ਪਰ ਸਮਾਜ ਦੇ ਵਿੱਚ ਜਿਹੜੀਆਂ ਚੀਜ਼ਾਂ ਪ੍ਰਚਲਿਤ ਚੱਲ ਰਹੀਆਂ ਸਨ, ਜਿਨ੍ਹਾਂ ਰਾਹੀਂ ਲੋਕਾਂ ਨੂੰ ਰੱਬ ਦੇ ਨਾਲ ਜੋੜਨ ਦੀ ਗੱਲ ਕੀਤੀ ਜਾਂਦੀ ਸੀ, ਤਾਂ ਉਹਨਾਂ ਗੱਲਾਂ ਨੂੰ ਭਗਤਾਂ ਨੇ, ਗੁਰੂ ਸਾਹਿਬਾਨਾਂ ਨੇ ਆਪਣੀ ਬਾਣੀ ਵਿੱਚ ਦਰਜ ਕੀਤਾ ਹੈ। ਕਿਉਂਕਿ ਜਿਸ ਸਮਾਜ ਨੂੰ ਸਮਝਾਉਣਾ ਹੈ, ਜਿਸ ਤਰ੍ਹਾਂ ਦੀ ਬਿਰਤੀ ਦੇ ਮਨੁੱਖ ਨੂੰ ਸਮਝਾਉਣਾ ਹੈ, ਉਸ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਕਰਕੇ ਉਹਨੂੰ ਸਮਝਾਇਆ ਜਾ ਸਕਦਾ ਹੈ। ਮੰਨ ਲਓ ਕੋਈ ਕਿਸਾਨ ਹੈ, ਉਹਨੂੰ ਕਿਸਾਨੀ ਦੀ ਉਦਾਹਰਨ ਦੇ ਕੇ ਸਮਝਾਇਆ ਜਾ ਸਕਦਾ। ਇੱਕ ਦੁਕਾਨਦਾਰ ਹੈ, ਉਹਨੂੰ ਦੁਕਾਨਦਾਰ ਦੀ ਉਦਾਹਰਨ ਦੇ ਕੇ ਸਮਝਾਇਆ ਜਾ ਸਕਦਾ ਹੈ।
ਜੇ ਕਿਸੇ ਦੁਕਾਨਦਾਰ ਨੂੰ ਤੁਸੀਂ ਖੇਤੀਬਾੜੀ ਵਾਲੇ ਗੱਲਾਂ ਦੱਸੋ ਤੇ ਉਹਨੂੰ ਕੋਈ ਸਮਝ ਨਹੀਂ ਆਣੀ ਗੱਲ, ਕਿਉਂਕਿ ਉਸਨੇ ਕਦੀ ਖੇਤੀਬਾੜੀ ਕੀਤੀ ਨਹੀਂ ਹੈ, ਉਸਨੂੰ ਉਸ ਗੱਲ ਦੀ ਸਮਝ ਹੀ ਨਹੀਂ ਹੈ। ਇਸ ਕਰਕੇ ਭਗਤਾਂ ਨੇ ਬੜੀ ਕਿਰਪਾ ਕੀਤੀ ਕਿ ਉਦਾਹਰਨਾਂ ਜੋ ਸਮਾਜ ਵਿੱਚ ਆਮ ਗੱਲਾਂ ਪ੍ਰਚਲਿਤ ਸਨ, ਜਿਹੜੀਆਂ ਸਾਖੀਆਂ ਸਨ, ਉਹਨਾਂ ਨੂੰ ਮਨੁੱਖਤਾ ਦੇ ਸਾਹਮਣੇ ਰੱਖ ਕੇ ਗੁਰਮਤਿ ਦੀ ਗੱਲ ਆਖੀ ਹੈ। ਇੱਥੇ ਵੀ ਕਿਰਪਾ ਕੀਤੀ, ਦੇਵਾ ਪਹਨ ਤਾਰੀਅਲੇ ਰਾਮ ਕਹਿਤ ਜਨ ਕਸ ਨਾ ਤਰੇ ਰਹਾਉ। ਇਹ ਸ਼ਬਦ ਦਾ ਕੇਂਦਰੀ ਭਾਵ ਹੈ। ਆਖਣ ਲੱਗੇ, ਹੇ ਪ੍ਰਭੂ, ਉਹ ਪੱਥਰ ਵੀ ਸਮੁੰਦਰ ਉੱਤੇ ਤੂੰ ਤਰਾ ਦਿੱਤੇ ਜਿਨ੍ਹਾਂ ਉੱਤੇ ਤੇਰਾ ਰਾਮ ਨਾਮ ਲਿਖਿਆ ਗਿਆ। ਕਿਉਂਕਿ ਜਿਹੜਾ ਰਾਮ ਅੱਖਰ ਹੈ ਨਾ, ਉਹ ਤ੍ਰੇਤੇ ਤੋਂ ਵੀ ਪਹਿਲਾਂ ਵਰਤਿਆ ਜਾਂਦਾ ਸੀ। ਕਿਉਂਕਿ ਜਦੋਂ ਧਰੂ ਤੇ ਪ੍ਰਹਲਾਦ ਹੋਏ ਨੇ ਤੇ ਉਹ ਭਗਤ ਸਤਯੁਗ ਵਿੱਚ ਹੋਏ ਹਨ। ਪਰ ਉਹਨਾਂ ਦੀ ਜਦੋਂ ਗੱਲ ਕੀਤੀ ਕਬੀਰ ਸਾਹਿਬ ਜੀ ਨੇ ਸੀ ਪਿੱਛੇ, ਉਹ ਸ਼ਬਦ ਦੀ ਵਿਚਾਰ ਕੀਤੀ ਸੀ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਪਰ ਉਸ ਵੇਲੇ ਤਾਂ ਰਾਮਚੰਦ ਜੀ ਹੈ ਹੀ ਨਹੀਂ ਸਨ, ਫਿਰ ਉਹਨਾਂ ਨੇ ਕਿਹੜਾ ਰਾਮ ਜਪਿਆ। ਕਈ ਵਾਰੀ ਲੋਕ ਕਹਿੰਦੇ ਵੀ ਰਾਮਚੰਦਰ ਜੀ ਦੀ ਗੱਲ ਲਿਖੀ ਹੋਈ ਹੈ, ਪਰ ਮੈਂ ਦਾਸ ਤੁਹਾਡੇ ਗਿਆਨ 'ਚ ਵਾਧਾ ਕਰਨਾ ਚਾਹੁੰਦਾ ਕਿ ਸਤਯੁਗ ਦੇ ਵਿੱਚ ਰਾਮਚੰਦ ਜੀ ਦਾ ਜਨਮ ਨਹੀਂ ਹੋਇਆ। ਪਰ ਧਰੂ ਤੇ ਪ੍ਰਹਲਾਦ ਨੇ ਉਸ ਵੇਲੇ ਰਾਮ ਜਪਿਆ, ਫਿਰ ਉਹ ਕਿਹੜਾ ਸੀ। ਜਦੋਂ ਕੋਈ ਚੀਜ਼ ਹੋਂਦ 'ਚ ਹੀ ਨਹੀਂ ਆਈ, ਪ੍ਰਗਟ ਹੀ ਨਹੀਂ ਹੋਈ, ਤੇ ਉਸ ਵੇਲੇ ਜੇ ਕੋਈ ਰਾਮ ਅੱਖਰ ਕਿਹਾ ਜਾ ਰਿਹਾ, ਇਸ ਦਾ ਅਰਥ ਸੀ ਰਮਿਆ ਹੋਇਆ, ਹਰ ਇੱਕ ਦੇ ਵਿੱਚ ਸਮਾਇਆ ਹੋਇਆ, ਜਿਸ ਦੀ ਹੋਂਦ ਸਾਰਿਆਂ ਦੇ ਵਿੱਚ ਮੌਜੂਦ ਹੈ। ਇਸ ਕਰਕੇ ਇੱਥੇ ਉਦਾਹਰਨ ਵਜੋਂ ਅੱਖਰ ਵਰਤਿਆ ਕਿ ਉਹ ਪੱਥਰ ਵੀ ਸਮੁੰਦਰ ਉੱਤੇ ਤੂੰ ਹੇ ਪ੍ਰਭੂ ਤਰਾ ਦਿੱਤੇ ਜਿਨ੍ਹਾਂ ਉੱਤੇ ਤੇਰਾ ਨਾਮ ਰਾਮ ਕਰਕੇ ਲਿਖਿਆ ਗਿਆ। ਇੱਕ ਸ਼ਬਦ ਤੁਸੀਂ ਪੜ੍ਹਦੇ ਹੋ ਗੁਰੂ ਮਹਾਰਾਜ ਜੀ ਦਾ। ਮਹਾਰਾਜ ਕਹਿੰਦੇ ਨੇ, ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ, ਗਾਵਤੇ ਉਧਰੈ ਸੁਣਤੇ ਉਧਰੈ ਵਿੰਸੈ ਪਾਪ ਘਨੇਰੇ। ਫਿਰ ਮਹਾਰਾਜ ਕਹਿੰਦੇ, ਪਸ਼ੂ ਪਰੇਤ ਮੁਗਧ ਕੋ ਤਾਰੈ ਪਾਹਨ ਪਾਰ ਉਤਾਰੈ, ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੈ। ਉਹ ਐਸੀ ਕਿਰਪਾ ਕਰਦਾ ਹੈ, ਉਹ ਪੱਥਰਾਂ ਨੂੰ ਤਾਰ ਦਿੰਦਾ ਹੈ, ਉਹ ਮੁਗਧ ਨੂੰ ਤਾਰ ਦਿੰਦਾ ਹੈ, ਪਸ਼ੂ ਬਿਰਤੀ ਵਾਲਿਆਂ ਨੂੰ ਤਾਰ ਦਿੰਦਾ ਹੈ, ਪ੍ਰੇਤ ਬਿਰਤੀ ਵਾਲਿਆਂ ਨੂੰ ਤਾਰ ਦਿੰਦਾ ਹੈ, ਕੋਡੇ ਰਾਖਸ਼ਸ ਵਰਗਿਆਂ ਨੂੰ ਉਹ ਦੇਵਤਾ ਬਣਾ ਦਿੰਦਾ ਹੈ। ਉਸਦੇ ਨਾਮ ਦੇ ਵਿੱਚ ਐਡੀ ਤਾਕਤ ਹੈ, ਵਾਹਿਗੁਰੂ ਜੀ ਦੇ ਨਾਮ ਵਿੱਚ। ਇਸ ਕਰਕੇ ਉਸਦੇ ਨਾਮ ਦੀ ਗੱਲ ਭਗਤ ਨਾਮਦੇਵ ਜੀ ਇੱਥੇ ਦ੍ਰਿੜ ਕਰਾਉਣਾ ਚਾਹੁੰਦੇ ਨੇ ਵੀ ਇੱਕ ਗੱਲ ਦੱਸੋ, ਜੇ ਉਸਦਾ ਨਾਮ ਕਿਸੇ ਪੱਥਰ ਦੇ ਉੱਤੇ ਵੀ ਲਿਖਿਆ ਗਿਆ, ਜੇ ਉਹ ਵੀ ਤਰ ਗਿਆ, ਤੇ ਇੱਕ ਗੱਲ ਦੱਸੋ, ਰਾਮ ਕਹਿਤ ਜਨ ਕਸ ਨਾ ਤਰੇ। ਕਸ ਦਾ ਅਰਥ ਹੈ ਕਿਉਂ ਨਾ ਤਰੇਗਾ। ਕਹਿੰਦੇ ਭਲਾ ਉਹ ਮਨੁੱਖ ਸੰਸਾਰ ਸਮੁੰਦਰ ਤੋਂ ਕਿਉਂ ਨਹੀਂ ਤਰੇਗਾ ਜੋ ਤੇਰੇ ਨਾਮ ਨੂੰ ਸਿਮਰਦਾ ਹੈ, ਜਾਂ ਜਿਹੜੇ ਤੇਰੇ ਨਾਮ ਨੂੰ ਸਿਮਰਦੇ ਹਨ ਉਹ ਕਿਉਂ ਨਹੀਂ ਤਰਨਗੇ, ਜਿਹੜੇ ਤੇਰੇ ਨਾਮ ਨੂੰ ਜਪਦੇ ਹਨ। ਇੱਕ ਵਿਦਵਾਨ ਨੇ ਬੜੀ ਸੋਹਣੀ ਵਿਚਾਰ ਲਿਖੀ ਸੀ। ਕਹਿੰਦੇ, ਦੀਦਾਰ ਸ੍ਰੀ ਗੁਰੂ ਨਾਨਕ ਦਾ ਜੋ ਜੋ ਪ੍ਰਾਣੀ ਕਰ ਜਾਂਦਾ, ਕਹਿੰਦੇ ਪਾਣੀ ਤੇ ਪੱਥਰ ਤਰ ਜਾਂਦੇ, ਰੀਠਾ ਅੰਮ੍ਰਿਤ ਨਾਲ ਭਰ ਜਾਂਦਾ। ਐਡੀ ਉਹਦੇ ਦੀਦਾਰ ਵਿੱਚ, ਉਹਦੇ ਨਾਮ ਦੇ ਵਿੱਚ ਤਾਕਤ ਹੈ। ਤੇ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ ਮਨੁੱਖ ਕਿਉਂ ਨਹੀਂ ਤਰੇਗਾ। ਜੇ ਉਸਦਾ ਨਾਮ ਕਿਸੇ ਪੱਥਰ ਤੇ ਲਿਖਿਆ ਜਾਏ ਉਹ ਤਰ ਸਕਦਾ ਹੈ, ਜੇ ਕਿਸੇ ਰੁੱਖ ਦੇ ਥੱਲੇ ਬੈਠ ਕੇ ਉਹਦਾ ਨਾਮ ਜਪਿਆ ਜਾਏ ਉਹ ਰੀਠੇ ਵਰਗਾ ਕੋੜਾ ਵੀ ਅੰਮ੍ਰਿਤ ਵਰਗਾ ਮਿੱਠਾ ਹੋ ਸਕਦਾ ਹੈ। ਤੇ ਜਿਸ ਮਨੁੱਖ ਨੇ ਨਾਮ ਜਪਿਆ ਉਹ ਕਿਉਂ ਨਹੀਂ ਤਰੇਗਾ।
ਇੱਕ ਹੋਰ ਬਚਨ ਤੁਹਾਡੇ ਨਾਲ ਇੱਥੇ ਸਾਂਝਾ ਕਰਾਂ। ਅਕਸਰ ਅਸੀਂ ਗੁਰੂ ਚਰਨਾਂ 'ਚ ਕਈ ਵਾਰੀ ਅਰਦਾਸ ਕਰਦੇ ਹਾਂ, ਜਦੋਂ ਆਖਦੇ ਹਾਂ ਸੱਚੇ ਪਾਤਸ਼ਾਹ ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖਿਆ, ਉਤਰੈ ਮਨ ਕੀ ਭੁੱਖ। ਇੱਥੇ ਤੱਕ ਬੋਲਦੇ ਹਾਂ, ਪਰ ਇਸ ਦੀ ਅਗਲੀ ਜਿਹੜੀ ਪੰਕਤੀ ਉਹ ਅਕਸਰ ਅਸੀਂ ਨਹੀਂ ਬੋਲਦੇ। ਅਗਲੀ ਪੰਕਤੀ ਹੈ ਗੁਰ ਬਣ ਤ੍ਰਣ ਹਰਿਆ ਕੀਤਿਆ। ਗੁਰੂ ਨੇ ਤਾਂ ਜੰਗਲ ਦੇ ਸੁੱਕੇ ਹੋਏ ਤਿਨਕੇ ਵੀ ਹਰੇ ਭਰੇ ਕਰ ਦਿੱਤੇ। ਨਾਨਕ ਕਿਆ ਮਨੁੱਖ, ਹੇ ਨਾਨਕ ਮਨੁੱਖ ਨੂੰ ਕਿਉਂ ਨਹੀਂ ਹਰਾ ਭਰਾ ਕਰੇਗਾ, ਮਨੁੱਖ ਨੂੰ ਕਿਉਂ ਨਹੀਂ ਤਾਰੇਗਾ ਵਾਹਿਗੁਰੂ ਦਾ ਨਾਮ। ਅਸੀਂ ਪੜ੍ਹਦੇ ਹਾਂ ਨਾ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਐਸੀ ਬਰਕਤ ਹੈ ਨਾਮ ਦੀ ਸੰਗਤ ਦੀ, ਨਾਮ ਨਾਲ ਜੁੜਨ ਨਾਲ। ਇਹ ਗੱਲ ਸਮਝਾਉਣਾ ਚਾਹੁੰਦੇ ਨੇ ਕਿ ਨਾਮ ਜਪਣ ਵਾਲਾ ਕਿਉਂ ਨਹੀਂ ਤਰੇਗਾ, ਕਿਉਂ ਨਹੀਂ ਉਸਦੇ ਉੱਤੇ ਕਿਰਪਾ ਹੋਏਗੀ। ਆਓ ਕਿ ਜੋ ਤੇਰੇ ਨਾਮ ਨੂੰ ਸਿਮਰਦੇ ਨੇ ਭਲਾ ਉਹ ਮਨੁੱਖ ਸੰਸਾਰ ਸਮੁੰਦਰ ਤੇ ਕਿਉਂ ਨਹੀਂ ਤਰਨਗੇ, ਆਓ ਉਹ ਤਰ ਜਾਣਗੇ। ਦੇਵਾ ਪਹਾਣ ਤਾਰੀ ਅਲੇ, ਰਾਮ ਕਹਿਤ ਜਨ ਕਸ ਨਾ ਤਰੇ ਰਹਾਓ। ਇਹ ਸਭ ਦਾ ਕੇਂਦਰੀ ਭਾਵ ਹੈ। ਹੁਣ ਇਸ ਦੇ ਨਾਲ ਜਿਹੜੀਆਂ ਉਦਾਹਰਨਾਂ ਦੇ ਕੇ ਕੁਛ ਸਾਨੂੰ ਸਮਝਾਇਆ ਗਿਆ, ਕਿਉਂਕਿ ਕਈ ਵਾਰੀ ਕੋਈ ਗੱਲ ਸਮਝਾਣੀ ਹੋਵੇ ਤੇ ਉਦਾਹਰਨ ਦੇਣ ਵਾਸਤੇ ਅਸੀਂ ਕਈ ਵਾਰੀ ਹੋਰ ਪਾਸੇ ਦੀ ਗੱਲਾਂ ਵੀ ਕਰਦੇ ਹਾਂ। ਇਸ ਤਰ੍ਹਾਂ ਗੁਰਬਾਣੀ ਵਿੱਚ ਕਈ ਵਾਰੀ ਮਨੁੱਖ ਨੂੰ ਸਮਝਾਉਣ ਵਾਸਤੇ ਉਹ ਉਦਾਹਰਨਾਂ ਦਿੱਤੀ ਗਈਆਂ ਜੋ ਗੁਰਮਤਿ ਵਿਚਾਰਧਾਰਾ ਨਹੀਂ ਹੈ, ਪਰ ਉਹ ਸਾਖੀਆਂ, ਉਹ ਗੱਲਾਂ ਆਮ ਸਮਾਜ ਦੇ ਵਿੱਚ ਲੋਕਾਂ ਦੇ ਵਿੱਚ ਇੱਕ ਦੂਜੇ ਦੇ ਯਾਦ ਸਨ, ਜਾਂ ਇੱਕ ਦੂਜੇ ਨੂੰ ਉਹ ਅਕਸਰ ਸੁਣਾਈਆਂ ਜਾਂਦੀਆਂ ਸਨ। ਲੋਕਾਂ ਦੀ ਜ਼ਬਾਨ 'ਤੇ ਕਹਾਂ ਕਿ ਉਹ ਗੱਲਾਂ ਸਨ, ਇਸ ਕਰਕੇ ਗੁਰੂ ਸਾਹਿਬ ਨੇ ਉਹਨਾਂ ਗੱਲਾਂ ਨੂੰ ਅੱਗੇ ਰੱਖਿਆ। ਹੁਣ ਇੱਥੇ ਜਿਹੜੀਆਂ ਉਦਾਹਰਨਾਂ ਦਿੱਤੀਆਂ ਨੇ, ਉਹ ਉਦਾਹਰਨਾਂ ਇਹ ਦਿੱਤੀਆਂ ਨੇ, ਕਹਿਣ ਲੱਗੇ, ਕਹਿੰਦੇ ਨੇ ਉਸ ਪਰਮਾਤਮਾ ਦੇ ਨਾਮ ਨੇ ਕੀ ਕੁਛ ਕੀਤਾ। ਕਹਿੰਦੇ ਤਾਰੀ ਲੈ ਗਨ ਕਾ ਬਿਨ ਰੂਪ ਕੁਵਿਜਾ, ਵਿਆਦ ਅਜਾ ਮਲ ਤਾਰੀ ਅਲੇ। ਕਹਿੰਦੇ ਉਸ ਵਾਹਿਗੁਰੂ ਜੀ ਦੇ ਨਾਮ ਨੇ, ਪਰਮੇਸ਼ਰ ਦੇ ਨਾਮ ਨੇ ਗਨਕਾ ਨੂੰ ਤਾਰ ਦਿੱਤਾ। ਕਿਉਂਕਿ ਜਿਹੜੀ ਗਨਕਾ ਹੈ ਉਹ ਇੱਕ ਵੇਸਵਾ ਸੀ, ਜਿਸ ਨੂੰ ਇੱਕ ਮਹਾਂਪੁਰਖ ਨੇ ਇੱਕ ਕਥਾ ਲਿਖੀ ਹੈ ਪੁਰਾਣ ਦੇ ਅੰਦਰ ਕਿ ਇੱਕ ਮਹਾਂਪੁਰਖ ਨੇ ਇੱਕ ਤੋਤਾ ਦੇ ਗਏ ਤੇ ਉਸ ਨੂੰ ਰਾਮ ਰਾਮ ਅਖਵਾਉਣ ਲੱਗੀ, ਤੇ ਰਾਮ ਰਾਮ ਪੜ੍ਹਾਉਂਦਿਆਂ ਹੋਇਆਂ ਉਹ ਆਪ ਰਾਮ ਦਾ ਰੂਪ ਹੋ ਗਈ। ਵਿਵਚਾਰ ਜੀਵਨ ਚੋਂ ਪਾਸੇ ਹੋ ਗਏ, ਬੁਰੀਆਈਆਂ ਜੀਵਨ ਚੋਂ ਚਲੀ ਗਈਆਂ। ਕਥਾ ਵੈਸੇ ਬੜੀ ਲੰਬੇਰੀ ਹੈ। ਇਸ ਤਰ੍ਹਾਂ ਲਿਖਿਆ ਹੋਇਆ ਕਿ ਗਣਕਾ ਜਿਹੜੀ ਵੇਸਵਾ ਸੀ, ਇੱਕ ਕੋਈ ਮਹਾਂਪੁਰਖ ਜਾ ਰਹੇ ਸਨ, ਬੜੀ ਤੇਜ਼ ਬਰਸਾਤ ਆ ਗਈ, ਉੱਥੇ ਹੋਰ ਕੋਈ ਘਰ ਨਹੀਂ ਸੀ। ਗਣਕਾ ਦੇ ਘਰ ਇੱਕ ਦੀਵਾ ਜਗਦਾ ਸੀ। ਉਹਨਾਂ ਨੇ ਸੋਚਿਆ ਵੀ ਇੱਥੇ ਕੋਈ ਰਹਿੰਦਾ ਹੈ, ਰੋਸ਼ਨੀ ਹੋ ਰਹੀ ਹੈ, ਤੇ ਉਹ ਰੋਸ਼ਨੀ ਵੇਖ ਕੇ ਚਲੇ ਗਏ। ਜਦੋਂ ਉਹ ਮਹਾਂਪੁਰਖ ਉੱਥੇ ਪਹੁੰਚੇ ਤੇ ਉਹ ਬੜੀ ਖੁਸ਼ ਹੋਈ ਗਣਕਾ ਪਾਪਨ ਵੀ ਅਸੀਂ ਬਰਸਾਤ ਦੇ ਵਿੱਚ ਕੋਈ ਗ੍ਰਾਹਕ ਮੇਰਾ ਆਇਆ। ਪਰ ਉਸ ਮਹਾਂਪੁਰਖ ਜਦੋਂ ਕੋਲ ਗਏ, ਉਸਨੇ ਆਵਾਜ਼ ਮਾਰੀ ਤੇ ਆਵਾਜ਼ ਮਾਰ ਕੇ ਕਿਹਾ, ਪੁੱਤਰੀਏ ਧੀਏ ਦਰਵਾਜ਼ਾ ਖੋਲ, ਮੈਂ ਥੋੜ੍ਹੀ ਦੇਰ ਤੇਰੇ ਘਰ ਦੇ ਵਿੱਚ ਰੁਕਣਾ, ਬਾਹਰ ਬਰਸਾਤ ਹੋ ਰਹੀ ਹੈ। ਕਹਿੰਦੇ ਇਤਨੀ ਗੱਲ ਜਦੋਂ ਕੰਨਾਂ ਵਿੱਚ ਪਈ, ਕਿਸੇ ਨੇ ਕਿਹਾ, ਪੁੱਤਰੀਏ ਧੀਏ ਦਰਵਾਜ਼ਾ ਖੋਲ, ਮੈਂ ਰਾਤ ਰੁਕਣਾ ਹੈ, ਥੋੜ੍ਹਾ ਦੇਰ ਵਿਸ਼ਰਾਮ ਕਰਨਾ ਹੈ, ਬਾਹਰ ਬਰਸਾਤ ਹੋ ਰਹੀ ਹੈ। ਗਨਕਾ ਨੇ, ਕਹਿੰਦੇ ਇਹ ਵੇਸਵਾ ਸੀ, ਇਹਨੇ ਦਰਵਾਜ਼ਾ ਖੋਲ੍ਹਿਆ ਤੇ ਇੱਕ ਮਹਾਂਪੁਰਖ ਦਰਵਾਜ਼ੇ 'ਤੇ ਖਲੋਤੇ ਹੋਏ ਸਨ। ਪਹਿਲਾਂ ਤਾਂ ਦੇਖ ਕੇ ਬੜੀ ਖੁਸ਼ ਹੋਈ, ਪਰ ਜਦੋਂ ਅੱਖਰ ਸੁਣਿਆ ਸੀ ਪੁੱਤਰੀਏ ਧੀਏ, ਤਾਂ ਇਹਦੇ ਪਾਪ ਜਿਹੜੇ ਨੇ ਉਹ ਪਾਸੇ ਹੋ ਗਏ। ਕਿਸੇ ਨੇ ਮੈਨੂੰ ਧੀ ਕਿਹਾ। ਲੋਕ ਮੇਰੇ ਕੋਲ ਆਉਂਦੇ ਨੇ, ਭੈੜੀ ਨਜ਼ਰ ਲੈ ਕੇ ਆਉਂਦੇ ਨੇ, ਗਲਤ ਵਿਚਾਰਧਾਰਾ ਲੈ ਕੇ ਆਉਂਦੇ ਨੇ, ਪਰ ਇਸ ਮੇਰੀ ਵਰਗੀ ਪਾਪਨ ਨੂੰ, ਗਣਕਾ ਨੂੰ ਵੀ ਕਹਿੰਦੇ ਨੇ ਕਿਸੇ ਨੇ ਧੀ ਆਖਿਆ, ਇਸ ਕਰਕੇ ਇਹਦੇ ਅੰਦਰ ਦੀ ਅੱਧੀ ਮੈਲ ਉਸ ਵੇਲੇ ਦੂਰ ਹੋ ਗਈ।
ਫਿਰ ਜਾਣ ਲੱਗਿਆ ਕਹਿੰਦੇ ਨੇ ਉਹ ਮਹਾਂਪੁਰਖ ਇਸ ਨੂੰ ਇੱਕ ਤੋਤਾ ਦੇ ਕੇ, ਉਹਨਾਂ ਕੋਲ ਤੋਤਾ ਸੀ, ਤੇ ਇੱਕ ਗੱਲ ਆਖੀ। ਇਸ ਨੇ ਜਦੋਂ ਪੁੱਛਿਆ ਨਾ ਵੀ ਮੇਰਾ ਹੁਣ ਉଦ୍ਧਾਰ ਕਿਵੇਂ ਹੋਏਗਾ, ਮੈਂ ਤਾਂ ਇਹਨਾਂ ਪਾਪਾਂ ਦੇ ਵਿੱਚ ਗਲਤਾਨ ਆ, ਮੈਂ ਤਾਂ ਵੇਸਵਾ, ਤੁਸੀਂ ਵੇਸਵਾ ਦੇ ਘਰ ਕਿਵੇਂ ਆ ਗਏ? ਉਹ ਕਹਿੰਦੇ ਮਹਾਂਪੁਰਖ ਕਹਿੰਦੇ ਤੂੰ ਮੇਰੀ ਧੀ ਹੈ, ਮੇਰੇ ਵਾਸਤੇ ਤਾਂ ਵੇਸਵਾ ਨਹੀਂ ਹੈ। ਫਿਰ ਇਹ ਪੁੱਛਣ ਲੱਗੀ ਵੀ ਮੇਰਾ ਉଦ୍ਧਾਰ ਕਿਵੇਂ ਹੋਵੇ, ਮੈਂ ਕਿਵੇਂ ਇਹਨਾਂ ਕੰਮਾਂ ਤੋਂ ਬਚਾਂ? ਤੇ ਆਖਣ ਲੱਗੇ ਕਹਿੰਦੇ ਇਹ ਤੋਤਾ ਹੈ, ਇੱਕ ਕੰਮ ਕਰ, ਇਹਨੂੰ ਰਾਮ ਰਾਮ ਬੁਲਵਾਇਆ ਕਰ। ਇਹ ਰਾਮ ਰਾਮ ਬੋਲਣਾ ਜਿੰਨਾ ਸਿੱਖ ਜਾਏਗਾ ਉਹਦੇ ਨਾਲ ਤੇਰਾ ਜੀਵਨ ਵੀ ਪਵਿੱਤਰ ਹੋ ਜਾਏਗਾ। ਕਹਿੰਦੇ ਇਹ ਤੋਤੇ ਨੂੰ ਰਾਮ ਰਾਮ ਰਟਾਉਣ ਲੱਗੀ, ਰੜਦੀ ਰੜਦੀ ਕਦੋਂ ਲੀਨ ਹੋ ਗਈ ਇਹਨੂੰ ਪਤਾ ਹੀ ਨਹੀਂ ਚੱਲਿਆ। ਇਹ ਵਾਹਿਗੁਰੂ ਦੇ ਨਾਮ ਵਿੱਚ ਐਡੀ ਲੀਨ ਹੋ ਗਈ, ਇਸ ਨੇ ਆਪਣਾ ਪਾਪ ਛੱਡ ਦਿੱਤਾ। ਇਸ ਕਰਕੇ ਉਦਾਹਰਨ ਦਿੱਤੀ, ਕਹਿੰਦੇ ਤਾਰੀ ਲੈ ਗਨਕਾ, ਗਨਕਾ ਨੂੰ ਤਾਰ ਦਿੱਤਾ। ਵਾਹਿਗੁਰੂ ਨੇ ਗਣਕਾ ਦਾ ਉଦ୍ਧਾਰ ਕਰ ਦਿੱਤਾ ਨਾਮ ਦੀ ਬਰਕਤ ਦੇ ਨਾਲ। ਤਾਰੀ ਲੈ ਗਨਕਾ ਬਿਨ ਰੂਪ ਕੁਵਿਜਾ। ਇਹ ਕੁਵਿਜਾ ਕੌਣ ਹੈ? ਬਿਨ ਰੂਪ ਦਾ ਅਰਥ ਹੈ ਰੂਪ ਤੋਂ ਹੀਨ। ਇੱਕ ਜਵਾਨ ਲੜਕੀ ਕੰਸ ਦੀ ਗੋਲੀ ਸੀ, ਜਿਹਦਾ ਨਾਮ ਸੀ ਕੁਵਿਜਾ। ਕੰਸ ਦੀ ਗੋਲੀ ਸੀ, ਦਾਸੀ ਸੀ, ਪਰ ਹੈ ਸੀ ਕੁੱਬੀ। ਕੁਵਿਜਾ ਦਾ ਅਰਥ ਹੈ ਕੁੱਬ ਨਿਕਲਿਆ ਹੋਇਆ ਸੀ ਇਸਦਾ। ਜਦ ਤੁਰਦੀ ਸੀ ਤੇ ਕੁੱਬ ਨਿਕਾਲ ਕੇ ਤੁਰਦੀ ਸੀ। ਤੇ ਇਸ ਦੇ ਨਾਲ ਕੀ ਘਟਨਾ ਵਾਪਰੀ? ਜਦੋਂ ਕ੍ਰਿਸ਼ਨ ਜੀ ਤੇ ਬਲਰਾਮ ਮਥੁਰਾ ਨੂੰ ਜਾ ਰਹੇ ਸਨ, ਤੇ ਇਹ ਜਿਹੜੀ ਕੁਵਿਜਾ ਸੀ ਇਹ ਕੰਸ ਵਾਸਤੇ ਸੁਗੰਧੀ ਦਾ ਸਮਾਨ ਲਈ ਜਾਂਦੀ, ਤੇ ਕ੍ਰਿਸ਼ਨ ਜੀ ਨੂੰ ਤੇ ਬਲਰਾਮ ਜੀ ਨੂੰ ਕਹਿੰਦੇ ਸੜਕ ਦੇ ਉੱਤੇ ਮਿਲਾਪ ਹੋਇਆ। ਤੇ ਜਦੋਂ ਸੜਕ ਤੇ ਇਹ ਕੁਵਿਜਾ ਜਿਹੜੀ ਮਿਲੀ, ਕ੍ਰਿਸ਼ਨ ਜੀ ਨੇ ਇਹਦੇ ਕੋਲੋਂ ਮੰਗ ਕੀਤੀ ਕਿ ਤੇਰੇ ਕੋਲ ਕੀ ਹੈ? ਕਹਿੰਦੀ ਮੇਰੇ ਕੋਲ ਅਤਰ ਹੈ, ਸੈਂਟ ਹੈ, ਸੁਗੰਧੀ ਹੈ। ਕਹਿੰਦੇ ਉਹਨਾਂ ਦੇ ਮੰਗਣ ਤੋਂ ਕੁਵਿਜਾ ਨੇ ਜਿਹੜੇ ਉਹ ਸੁਗੰਧੀ ਲੈ ਕੇ ਕੰਸ ਵਾਸਤੇ ਜਾ ਰਹੀ ਸੀ, ਹੋਰ ਸਮਾਨ ਸੀ ਸੁਗੰਧੀ ਦਾ, ਅਤਰ ਆਦਿਕ, ਉਹ ਕ੍ਰਿਸ਼ਨ ਜੀ ਨੂੰ ਦੇ ਦਿੱਤੇ। ਇਹ ਇੱਕ ਕਥਾ ਲਿਖੀ ਹੋਈ ਹੈ ਕੁਵਿਜਾ ਦੀ। ਕਹਿੰਦੇ ਜਦੋਂ ਉਹ ਸਮਾਨ ਤੇ ਇਹ ਚੀਜ਼ਾਂ ਕ੍ਰਿਸ਼ਨ ਜੀ ਨੂੰ ਦੇ ਦਿੱਤੀਆਂ ਤਾਂ ਕ੍ਰਿਸ਼ਨ ਜੀ ਨੇ ਪ੍ਰਸੰਨ ਹੋ ਕੇ ਇਸ ਨੂੰ ਵਰ ਦਿੱਤਾ, ਔਰ ਕਹਿੰਦੇ ਤੇਰਾ ਕੁੱਬ ਜਿਹੜਾ ਦੂਰ ਹੋ ਜਾਏਗਾ। ਕਹਿੰਦੇ ਜਦੋਂ ਕ੍ਰਿਸ਼ਨ ਜੀ ਨੇ ਬਚਨ ਕੀਤੇ, ਕਹਿੰਦੇ ਇਸਦਾ ਕੁੱਬ ਦੂਰ ਹੋ ਗਿਆ, ਕਿ ਤੂੰ ਉਸਦਾ ਨਾਮ ਜਪਿਆ ਕਰ, ਤੇਰਾ ਇਹ ਕੁੱਬ ਦੂਰ ਹੋ ਜਾਣਾ। ਕਹਿੰਦੇ ਇਸਨੇ ਨਾਮ ਜਪਿਆ, ਕ੍ਰਿਸ਼ਨ ਜੀ ਦੇ ਬੋਲ ਸੁਣੇ ਤੇ ਇਸਦਾ ਕੁੱਬ ਦੂਰ ਹੋ ਗਿਆ। ਇਹ ਕੇਵਲ ਉਦਾਹਰਨਾਂ ਮਾਤਰ ਨਹੀਂ ਗੱਲਾਂ, ਸਾਨੂੰ ਸਮਝਾਉਣਾ ਹੈ। ਇਸ ਸ਼ਬਦ ਦੇ ਵਿੱਚ ਕਿਉਂਕਿ ਰਾਮਚੰਦ ਜੀ ਦੀ ਗੱਲ ਤੇ ਕ੍ਰਿਸ਼ਨ ਜੀ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਗੱਲਾਂ ਸਨ ਉਹ ਬਿਆਨ ਕੀਤੀਆਂ ਭਗਤ ਨਾਮਦੇਵ ਜੀ ਨੇ। ਪਰ ਆਪ ਪ੍ਰਭੂ ਦੇ ਉਸ ਦੇਵਾ ਦੇ, ਜਿਹੜਾ ਦੇਵ ਹੈ ਸਭ ਤੋਂ ਵੱਡਾ, ਜਿਹੜਾ ਦੇਵਾਂ ਦਾ ਦੇਵ ਅਕਾਲ ਪੁਰਖ ਵਾਹਿਗੁਰੂ ਹੈ, ਉਸ ਦੇ ਉਪਾਸਕ ਹਨ। ਜਿਸ ਕਰਕੇ ਸ਼ੁਰੂ ਵਿੱਚ ਕੀ ਕਿਹਾ? ਦੇਵਾ ਪਹਨ ਤਾਰੀ ਅਲੇ, ਜਿਹੜਾ ਸਭ ਤੋਂ ਦੇਵਾਂ ਦਾ ਵੀ ਦੇਵ ਹੈ, ਸਭ ਤੋਂ ਵੱਡਾ ਦੇਵ, ਜਿਹਨੂੰ ਅਸੀਂ ਕਹਿੰਦੇ ਹਾਂ ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ, ਜਿਸ ਦੀ ਤਾਰੀਫ ਵਿੱਚ ਇਹ ਵਚਨ ਬੋਲਦੇ ਹਾਂ। ਕਹਿੰਦੇ ਨੇ ਜਦੋਂ ਕ੍ਰਿਸ਼ਨ ਜੀ ਪ੍ਰਸੰਨ ਹੋਏ ਤੇ ਇਸਦਾ ਕਹਿੰਦੇ ਕੁੱਬ ਦੂਰ ਹੋ ਗਿਆ, ਜਿਸ ਕਰਕੇ ਇਹ ਬੜੀ ਸੁੰਦਰ ਰਾਜਕੁਮਾਰੀ ਦਿਸਣ ਲੱਗ ਪਈ। ਤਾਰੀ ਲੈ ਗਨਕਾ ਬਿਨ ਰੂਪ ਕੁਵਿਜਾ। ਤੇ ਆਖਣ ਲੱਗੇ ਜਿਸ ਇਸਦਾ ਕੁਵਿਜਾ ਦਾ ਕੋਈ ਰੂਪ ਵੀ ਨਹੀਂ ਸੀ, ਨਾਲੇ ਕੁੱਬੀ ਵੀ ਸੀ, ਕਹਿੰਦੇ ਉਸਦੇ ਨਾਮ ਨੇ, ਇਸਦੀ ਕੀਤੀ ਹੋਈ ਸੇਵਾ ਨੇ ਇਸ ਦਾ ਕੁੱਬ ਵੀ ਦੂਰ ਕਰ ਦਿੱਤਾ ਤੇ ਇਸ ਨੂੰ ਸੋਹਣਾ ਰੂਪ ਵੀ ਪ੍ਰਾਪਤ ਹੋ ਗਿਆ। ਵੈਸੇ ਵੀ ਬਾਣੀ ਆਖਦੀ ਹੈ ਕਿ ਜਦੋਂ ਅਸੀਂ ਸੰਗਤ ਕਰਦੇ ਹਾਂ ਨਾ, ਸੁੰਦਰਤਾ ਇੱਥੋਂ ਹੀ ਪ੍ਰਾਪਤ ਹੋਣੀ ਹੈ। ਜਦੋਂ ਗੁਰਮੁਖਾਂ ਦੀ ਕੋਈ ਸੰਗਤ ਕਰੇਗਾ ਨਾ, ਤਾਂ ਗੁਰੂ ਸਾਹਿਬ ਕਹਿੰਦੇ ਨੇ ਸਈ ਸੁੰਦਰ ਸੋਹਣੇ ਸਾਧ ਸੰਗ ਦਿਨ ਬਹਿਣੇ। ਜਿਹੜੇ ਸਤਸੰਗਤ ਵਿੱਚ ਬਹਿੰਦੇ ਨੇ ਉਹੀ ਸੁੰਦਰ ਹਨ। ਸੁੰਦਰਤਾ ਜਿਹੜੀ ਸਤਸੰਗਤ ਵਿੱਚੋਂ ਹੀ ਪ੍ਰਾਪਤ ਹੋਣੀ ਸਾਨੂੰ, ਜਿਹੜੀ ਅਸਲੀ ਸੁੰਦਰਤਾ ਹੈ। ਤੇ ਇਸਨੇ ਸੰਗਤ ਕੀਤੀ ਤੇ ਐਸੀ ਕਿਰਪਾ ਹੋਈ, ਕਹਿੰਦੇ ਨੇ ਇਹ ਜਿਹੜੀ ਸੀ
ਇਹ ਵੀ ਜੋਤ ਤਰ ਗਈ, ਇਹਦਾ ਵੀ ਪਾਰ ਉਤਾਰਾ ਹੋ ਗਿਆ। ਫਿਰ ਕਹਿਣ ਲੱਗੇ ਭਗਤ ਨਾਮਦੇਵ ਜੀ, ਕਹਿੰਦੇ ਵਿਆਦ ਅਜਾਮਲ ਤਾਰੀ ਅਲੇ। ਵਿਆਦ ਦਾ ਅਰਥ ਹੁੰਦਾ ਹੈ ਜਿਹੜੇ ਕਿ ਰੋਗਾਂ ਦੇ ਵਿੱਚ ਗ੍ਰਸਤ ਸਨ। ਵਿਆਦ ਹੁੰਦੇ ਨੇ ਵਿਕਾਰ ਵਿੱਚ ਪ੍ਰਵਿਰਤ ਹੋਣਾ। ਤਿੰਨ ਤਾਪ ਨੇ ਨਾ, ਆਦ, ਵਿਆਦ, ਉਪਾਦ। ਆਦ ਕਹਿੰਦੇ ਨੇ ਬੁਖਾਰ ਵਗੈਰਾ ਚੜ ਜਾਣਾ। ਵਿਆਦ ਦਾ ਅਰਥ ਹੁੰਦਾ ਚਿੰਤਾਵਾਂ, ਝੋਰੇ, ਵਿਕਾਰ। ਤੇ ਉਪਾਦ ਦਾ ਅਰਥ ਅਚਨਚੇਤ ਕੋਈ ਪਰੇਸ਼ਾਨੀ ਆ ਜਾਣੀ, ਜਿਹਨੂੰ ਆਪਾਂ ਬਾਣੀ 'ਚ ਪੜ੍ਹਦੇ ਹਾਂ। ਸੱਚੇ ਪਾਤਸ਼ਾਹ ਨੂੰ ਅਰਦਾਸ ਵੀ ਕਰਦੇ ਹਾਂ, ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ, ਤਾਕੋ ਵਿਗਨ ਨ ਕੋਊ ਲਾਗੇ, ਜਾ ਕੀ ਪ੍ਰਭ ਆਗੇ ਅਰਦਾਸ। ਅਸ ਵੇਲੇ ਕੋਈ ਬੀਬੀ ਜੀ ਵੀ ਮੈਨੂੰ ਪੁੱਛ ਰਹੇ ਸਨ ਕਿ ਕਈ ਵਾਰੀ ਤੁਸੀਂ ਕਹਿੰਦੇ ਹੋ ਆਦ, ਵਿਆਦ, ਉਪਾਦ, ਇਹ ਦੂਰ ਕਰੋ, ਇਹ ਕੀ ਨੇ? ਇਹ ਤਿੰਨ ਤਾਪ ਨੇ ਜੀ। ਆਦ ਬੁਖਾਰ, ਬਿਮਾਰੀਆਂ, ਫੀਵਰ, ਜੋ ਸਰੀਰ ਦੀ ਬਿਮਾਰੀਆਂ ਨੇ। ਵਿਆਦ ਦਾ ਅਰਥ ਹੁੰਦਾ ਹੈ ਚਿੰਤਾ, ਵਿਕਾਰ। ਇਹ ਉਪਾਦ ਅਚਨਚੇਤ ਆਉਣ ਵਾਲੇ ਜਿਹੜੇ ਦੁੱਖ ਨੇ, ਇਹ ਤਿੰਨ ਤਾਪ ਨੇ। ਕਹਿੰਦੇ ਨੇ ਜਿਹੜਾ ਅਜਾਮਲ ਸੀ ਉਹਨੂੰ ਵਿਕਾਰ ਦਾ ਤਾਪ ਚੜ੍ਹਿਆ ਹੋਇਆ ਸੀ। ਕਿਸੇ ਨੂੰ ਬੁਖਾਰ ਚੜ੍ਹਿਆ, ਕਿਸੇ ਨੂੰ ਵਿਕਾਰ ਦਾ ਤਾਪ ਚੜ੍ਹਿਆ। ਕਿਹੜਾ ਅਚਨਚੇਤ ਠੀਕ ਠਾਕ ਚੱਲਦੇ ਹਾਂ ਕੋਈ ਐਸੀ ਘਟਨਾ ਵਾਪਰ ਜਾਂਦੀ ਹੈ, ਉਸ ਨੂੰ ਵਿਦਵਾਨਾਂ ਨੇ ਵੈਸੇ ਲਿਖਿਆ ਹੈ ਕਿ ਜਿਵੇਂ ਅਸਮਾਨੀ ਬਿਜਲੀ ਗਿਰ ਜਾਣੀ ਅਚਨਚੇਤ। ਜਿਵੇਂ ਕਿਸਾਨ ਦੀ ਫਸਲ ਤਿਆਰ ਹੈ, ਓਲੇ ਪੈ ਕੇ ਖਤਮ ਹੋ ਜਾਣੀ, ਉਹਨੂੰ ਕਹਿੰਦਾ ਹੈ, ਉਹਨੂੰ ਲਿਖਿਆ ਵਿਦਵਾਨਾਂ ਨੇ, ਕਹਿੰਦੇ ਉਹ ਉਪਾਦ ਹੈ। ਆਦ ਜਿਹੜਾ ਹੈ ਉਹ ਸਰੀਰ ਦੇ ਰੋਗ ਨੇ, ਵਿਆਦ ਜਿਹੜਾ ਮਾਨਸਿਕ ਰੋਗ ਨੇ। ਉਪਾਦ ਦਾ ਅਰਥ ਹੈ ਅਚਨਚੇਤ ਕੋਈ ਐਸੀ ਘਟਨਾ ਵਾਪਰ ਜਾਣੀ, ਜਿਵੇਂ ਐਕਸੀਡੈਂਟ ਹੋ ਜਾਣਾ, ਕੋਈ ਅਚਨਚੇਤ ਦੁੱਖ ਆ ਜਾਣਾ, ਉਸ ਨੂੰ ਉਪਾਦ ਲਿਖਿਆ। ਭਗਤ ਨਾਮਦੇਵ ਜੀ ਆਖ ਰਹੇ ਨੇ, ਕਹਿੰਦੇ ਜਿਹੜਾ ਮਨੁੱਖ ਪਰਮੇਸ਼ਰ ਦੇ ਨਾਮ ਨੂੰ ਜਪਦਾ ਹੈ, ਜੇ ਨਾਮ ਜਪਣ ਵਾਲਿਆਂ ਦੇ ਉੱਤੇ ਕਿਰਪਾ ਹੋਈ ਤੇ ਵਿਆਦ ਅਜਾਮਲ ਤਾਰੀ ਅਲੇ। ਕਹਿੰਦੇ ਜਿਹੜਾ ਕਿ ਵਿਕਾਰਾਂ ਦੇ ਰੋਗ ਦੇ ਵਿੱਚ ਗ੍ਰਸਤ ਸੀ, ਕਹਿੰਦੇ ਉਸ ਅਜਾਮਲ ਦਾ ਵੀ ਨਾਮ ਜਪ ਕੇ ਉਧਾਰ ਹੋ ਗਿਆ। ਜਦੋਂ ਨਾਮ ਜਪਿਆ, ਪਰਮਾਤਮਾ ਦੀ ਸਿਫਤ ਸਲਾਹ ਕੀਤੀ, ਉਸ ਦਾ ਨਾਮ ਜਪਿਆ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਵੀ ਆਪਣੀ ਬਾਣੀ ਵਿੱਚ ਅਜਾਮਲ ਦਾ ਵੀ ਜ਼ਿਕਰਾ ਕੀਤਾ ਹੈ, ਗਨਕਾ ਦਾ ਵੀ ਜ਼ਿਕਰਾ ਕੀਤਾ ਹੈ ਕਿ ਉਸਦੇ ਨਾਮ ਦੇ ਵਿੱਚ ਐਸੀ ਬਰਕਤ ਹੈ ਕਿ ਅਜਾਮਲ ਵਰਗਾ ਪਾਪੀ ਵੀ ਤਰ ਗਿਆ, ਗਨਕਾ ਵਰਗੀ ਪਾਪਨ ਵੀ ਤਰ ਗਈ। ਤੇ ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧ ਆਈ ਦੀ ਵੀ ਗੱਲ ਦੱਸੀ ਹੈ। ਕੇਵਲ ਇਹ ਉਦਾਹਰਨਾਂ ਮਾਤਰ ਗੱਲਾਂ ਹੁੰਦੀਆਂ ਬਾਣੀ ਦੇ ਅੰਦਰ। ਇਸ ਕਰਕੇ ਇੱਥੇ ਵੀ ਕਹਿਣ ਲੱਗੇ, ਕਹਿੰਦੇ ਇੱਕ ਐਡਾ ਵੱਡਾ ਪਾਪੀ, ਕੁਕਰਮੀ, ਵਿਕਾਰੀ, ਕਹਿੰਦੇ ਉਸ ਦਾ ਵੀ ਉਧਾਰ ਹੋ ਗਿਆ, ਕਿਉਂਕਿ ਅਜਾਮਲ ਵੀ ਇੱਕ ਰਾਜਾ ਸੀ। ਤੇ ਮੈਂ ਕਈ ਵਾਰੀ ਬੇਨਤੀ ਕਰਦਾ ਹੂੰ ਨਾ, ਜੇ ਸੰਸਾਰ ਦੀਆਂ ਜਿਹੜੀਆਂ ਚੀਜ਼ਾਂ, ਰਾਜ ਪਾਠ, ਧਨ ਦੌਲਤ, ਇਹ ਆਪ ਨਹੀਂ ਆਉਂਦੀਆਂ, ਮਨੁੱਖ ਦੀ ਜ਼ਿੰਦਗੀ ਵਿੱਚ ਕਈ ਵਿਕਾਰ, ਕਈ ਬੁਰਾਈਆਂ ਵੀ ਨਾਲ ਲੈ ਕੇ ਆਉਂਦੀਆਂ ਚੀਜ਼ਾਂ। ਪੈਸਾ ਇਕੱਲਾ ਨਹੀਂ ਆਉਂਦਾ, ਪੈਸਾ ਕਈ ਬੁਰਾਈਆਂ ਵੀ ਨਾਲ ਲੈ ਕੇ ਆਉਂਦਾ। ਰਾਜ ਪਾਠ ਇਕੱਲਾ ਰਾਜ ਪਾਠ ਨਹੀਂ ਹੁੰਦਾ, ਉਹਦੇ ਪਿੱਛੇ ਕਈ ਔਗੁਣ ਵੀ ਨਾਲ ਲੈ ਕੇ ਆਉਂਦਾ। ਇਸ ਕਰਕੇ ਅਜਾਮਲ ਵਰਗਾ ਪਾਪੀ ਹੋ ਗਿਆ ਸੀ, ਇਹ ਵਿਕਾਰਾਂ ਵਿੱਚ ਗਲਤਾਨ ਰਹਿੰਦਾ ਸੀ। ਆਖਣ ਲੱਗੇ ਇਹ ਵੀ ਤਰ ਗਿਆ। ਭਾਵ ਕਿ ਇਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਈ, ਪਰਮੇਸ਼ਰ ਦੀ ਕਿਰਪਾ ਹੋਈ, ਇਸ ਦਾ ਉਧਾਰ ਹੋ ਗਿਆ। ਫਿਰ ਕਹਿਣ ਲੱਗੇ, ਕਹਿੰਦੇ ਚਰਨ ਵਦਿਕ ਜਨ ਤਿਉ ਮੁਕਤ ਪਹੇ। ਕਹਿੰਦੇ ਹੋਂ ਬਲ ਬਲ ਜਿਨ ਰਾਮ ਕਹੇ। ਕਹਿੰਦੇ ਉਸਦੇ ਚਰਨਾਂ ਦੇ ਨਾਲ ਕਹਿੰਦੇ ਨੇ ਜੇ ਬਾਕੀ ਦਾ ਉਧਾਰ ਹੋ ਸਕਦਾ ਹੈ, ਕਹਿੰਦੇ ਨੇ ਮੈਂ ਬਲਿਹਾਰ ਹਾਂ ਜਿਨ੍ਹਾਂ ਨੇ ਰਾਮ ਦੇ ਨਾਮ ਨੂੰ ਜਪਿਆ ਹੈ। ਚਰਨ ਵਦਿਕ ਪਾਓ ਕਿ ਇੱਕ ਸਾਖੀ ਇਹ ਵੀ ਹੈ ਕਿ ਕ੍ਰਿਸ਼ਨ ਜੀ ਦੇ ਪੈਰਾਂ ਦੇ ਵਿੱਚ ਨਿਸ਼ਾਨ ਮਾਰਨ ਵਾਲਾ ਸ਼ਿਕਾਰੀ, ਜਦੋਂ ਨਿਸ਼ਾਨ ਵੇਖਿਆ ਨਾ, ਇੱਕ ਅੱਖ ਹੀਰਨ ਵਰਗੀ ਅੱਖ ਲੱਗ ਰਹੀ ਸੀ, ਤੇ ਸ਼ਿਕਾਰੀ ਸ਼ਿਕਾਰ ਖੇਡਣ ਵਾਸਤੇ ਗਿਆ, ਤੇ ਉਸ ਸ਼ਿਕਾਰੀ ਨੇ ਕੀ ਕੀਤਾ ਕਿ ਨਿਸ਼ਾਨਾ ਮਾਰਿਆ ਤੇ ਕ੍ਰਿਸ਼ਨ ਜੀ ਦੇ ਪੈਰ ਵਿੱਚ ਵੱਜਿਆ ਤੇ ਕ੍ਰਿਸ਼ਨ ਜੀ ਦੀ ਮੌਤ ਹੋ ਗਈ। ਕ੍ਰਿਸ਼ਨ ਜੀ
ਜਦੋਂ ਉਹ ਉੱਥੇ ਪਹੁੰਚਦਾ ਹੈ ਤੇ ਬੜਾ ਪਰੇਸ਼ਾਨ ਹੁੰਦਾ ਹੈ, ਉਹ ਮਾਫੀਆਂ ਮੰਗਦਾ ਹੈ। ਪਰ ਕਹਿੰਦੇ ਨੇ ਜਿਸ ਨੇ ਨਿਸ਼ਾਨਾ ਮਾਰਿਆ ਸੀ, ਜਦੋਂ ਉਸਨੇ ਜਾ ਕੇ ਮਾਫੀ ਮੰਗੀ, ਨਾਮ ਜਪਿਆ, ਕਹਿੰਦੇ ਨੇ ਉਹ ਜਿਹੜਾ ਸੀ ਉਹ ਵੀ ਮੁਕਤ ਹੋ ਗਿਆ। ਜਿਹਨੇ ਵਧਿਕ ਦਾ ਅਰਥ ਹੁੰਦਾ ਪ੍ਰਹਾਰ ਕਰਨਾ, ਜਿਸਨੇ ਕਿ ਪ੍ਰਹਾਰ ਕੀਤਾ ਸੀ। ਨਿਸ਼ਾਨਾ ਮਾਰਨ ਵਾਲਾ ਸ਼ਿਕਾਰੀ, ਚਰਨ ਵਧਿਕ ਉਹ ਸ਼ਿਕਾਰੀ ਜਿਸਨੇ ਹਰਨ ਦੇ ਭੁਲੇਖੇ ਕ੍ਰਿਸ਼ਨ ਜੀ ਦੇ ਪੈਰਾਂ ਵਿੱਚ ਨਿਸ਼ਾਨਾ ਮਾਰਿਆ ਸੀ। ਕਹਿੰਦੇ ਜਦੋਂ ਕੋਲ ਗਿਆ, ਮਾਫੀ ਮੰਗੀ, ਕਹਿੰਦੇ ਉਸਦਾ ਵੀ ਉਧਾਰ ਹੋ ਗਿਆ। ਕਹਿੰਦੇ ਹੋਂ ਬਲ ਬਲ ਜਿਨ ਰਾਮ ਕਹੇ, ਕਹਿੰਦੇ ਕਿ ਮੈਂ ਬਲਿਹਾਰ ਹਾਂ ਉਹਨਾਂ ਤੋਂ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ, ਪ੍ਰਭੂ ਦਾ ਨਾਮ ਸਿਮਰਿਆ ਹੈ। ਕਿਉਂਕਿ ਅਜੇ ਵਿਕਾਰੀ ਬੰਦੇ ਉਹਦੀ ਮਿਹਰ ਨਾਲ ਮੁਕਤ ਹੋ ਗਏ। ਕ੍ਰਿਸ਼ਨ ਜੀ ਦੇ ਪੈਰਾਂ ਵਿੱਚ ਨਿਸ਼ਾਨਣ ਵਾਲਾ ਸ਼ਿਕਾਰੀ ਵੀ ਮੁਕਤ ਹੋ ਗਿਆ ਨਾਮ ਜਪ ਕੇ। ਕਹਿੰਦੇ ਜਿਨ੍ਹਾਂ ਨੇ ਨਾਮ ਜਪਿਆ ਨਾ, ਮੈਂ ਉਹਨਾਂ ਸਾਰਿਆਂ ਤੋਂ ਬਲਿਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਕੁਰਬਾਨ ਹਾਂ। ਫਿਰ ਕਹਿਣ ਲੱਗੇ ਦਾਸੀ ਸੁਤ ਜਨ ਵਿਦਰ ਸੁਦਾਮਾ। ਦਾਸੀ, ਦਾਸੀ ਦਾ ਅਰਥ ਹੁੰਦਾ ਗੋਲੀ, ਸੁਤ ਦਾ ਅਰਥ ਹੁੰਦਾ ਪੁੱਤਰ। ਕਹਿੰਦੇ ਗੋਲੀ ਦਾ ਪੁੱਤਰ, ਕਹਿੰਦੇ ਦਾਸੀ ਸੁਤ ਜਨ ਵਿਦਰ ਸੁਦਾਮਾ। ਵਿਦਰ ਵਿਆਸ ਜੀ ਦੇ ਆਸ਼ੀਰਵਾਦ ਨਾਲ ਗੋਲੀ ਦੇ ਪੇਟੋਂ ਜੰਮਿਆ ਸੀ ਤੇ ਪਾਂਡੂ ਦਾ ਛੋਟਾ ਭਰਾ ਸੀ ਇਹ ਵਿਦਰ ਜਿਹੜਾ ਸੀ, ਔਰ ਇਹ ਕ੍ਰਿਸ਼ਨ ਜੀ ਦਾ ਭਗਤ ਸੀ। ਸੁਦਾਮਾ ਇਹ ਵੀ ਇੱਕ ਗਰੀਬ ਬ੍ਰਾਹਮਣ ਸੀ, ਔਰ ਕ੍ਰਿਸ਼ਨ ਜੀ ਦਾ ਕਹਿੰਦੇ ਜਮਾਤੀ ਤੇ ਮਿੱਤਰ ਸੀ, ਨਾਲ ਪੜ੍ਹਦਾ ਸੀ। ਭਗਤ ਜੀ ਨੇ ਉਹ ਉਦਾਹਰਨਾਂ ਦਿੱਤੀਆਂ ਜਿਹੜੀ ਆਮ ਸਮਾਜ ਦੇ ਵਿੱਚ ਗੱਲਾਂ ਚੱਲਦੀਆਂ ਸਨ, ਪ੍ਰਚਲਿਤ ਗੱਲਾਂ ਸਨ ਜਿਹੜੀਆਂ। ਆਖਣ ਲੱਗੇ ਦਾਸੀ ਸੁਤ ਜਨ ਬਿਦਰ ਸੁਦਾਮਾ, ਉਗਰ ਸੈਨ ਕੋ ਰਾਜ ਦੀਏ। ਇਹ ਜਿਹੜਾ ਸੁਦਾਮਾ ਹੈ ਇੱਕ ਬਹੁਤ ਗਰੀਬ ਬ੍ਰਾਹਮਣ ਹੈ, ਕ੍ਰਿਸ਼ਨ ਜੀ ਦਾ ਜਮਾਤੀ ਤੇ ਮਿੱਤਰ ਹੈ। ਜਦੋਂ ਜ਼ਿਆਦਾ ਗਰੀਬੀ ਆ ਗਈ ਤਾਂ ਇਸ ਦੀ ਵਹੁਟੀ ਨੇ ਇਸ ਨੂੰ ਪ੍ਰੇਰਨਾ ਕੀਤੀ ਕਿ ਤੁਹਾਡੇ ਤਾਂ ਜਮਾਤੀ ਨੇ, ਤੁਹਾਡੇ ਮਿੱਤਰ ਨੇ ਕ੍ਰਿਸ਼ਨ ਜੀ, ਤੇ ਤੁਸੀਂ ਉਹਨਾਂ ਕੋਲ ਜਾਓ, ਤੁਹਾਡੇ ਨਾਲ ਪੜ੍ਹੇ ਨੇ, ਤੁਹਾਡੇ ਕਲਾਸ ਫੈਲੋ ਨੇ, ਵੀ ਜਾਓ ਜਾ ਕੇ ਗੱਲਬਾਤ ਕਰੋ। ਪਰ ਰਾਜੇ ਕੋਲ ਜਾਣਾ ਹੈ ਤਾਂ ਤੁਹਾਨੂੰ ਕੁਝ ਭੇਟਾ ਲੈ ਜਾਣੀ ਪੈਣੀ ਹੈ। ਕਹਿੰਦਾ ਭੇਟਾ ਤਾਂ ਹੈ ਦੇਣ ਵਾਸਤੇ ਮੇਰੇ ਕੋਲ ਕੋਈ ਹੈ ਨਹੀਂ, ਵੀ ਜੇ ਮੈਂ ਮਿਲਣ ਵਾਸਤੇ ਜਾਣਾ ਹੈ, ਭੇਟਾ ਮੇਰੇ ਕੋਲ ਕੋਈ ਹੈ ਨਹੀਂ ਦੇਣ ਨੂੰ। ਵੀ ਜੇ ਕਿਤੇ ਮਿਲਣ ਜਾਣਾ ਤੇ ਕੋਈ ਭੇਟਾ, ਕੋਈ ਉਪਹਾਰ ਕੁਛ ਲੈ ਕੇ ਜਾਣਾ ਪੈਣਾ, ਉਹ ਵੀ ਰਾਜੇ ਨੂੰ ਮਿਲਣ ਜਾਣਾ ਹੋਵੇ। ਤੇ ਇਸ ਦੀ ਜਿਹੜੀ ਘਰਵਾਲੀ ਸੀ ਉਹਨੇ ਪ੍ਰੇਰਨਾ ਕੀਤੀ, ਕਹਿੰਦੇ ਇੱਕ ਮੁੱਠ ਚਾਵਲ ਲੈ ਕੇ ਇਹਨਾਂ ਨੂੰ ਕ੍ਰਿਸ਼ਨ ਜੀ ਦੇ ਪਾਸ ਦਵਾਰਕਾ ਭੇਜ ਦਿੱਤਾ, ਆਪਣੇ ਪਤੀ ਨੂੰ, ਸੁਦਾਮਾ ਨੂੰ। ਤੇ ਇਹ ਜੋ ਉੱਥੇ ਚਲਾ ਜਾਂਦਾ ਹੈ, ਤੇ ਜਦੋਂ ਸੁਦਾਮੇ ਨੂੰ ਉਸ ਹਾਲਤ ਵਿੱਚ ਦੇਖਦਾ ਹੈ, ਪਹਿਲਾਂ ਤਾਂ ਇਹਨੂੰ ਡਾਊਟ ਸੀ ਵੀ ਮੈਨੂੰ ਪਹਿਚਾਣੇਗਾ ਵੀ ਕਿ ਨਹੀਂ ਪਹਿਚਾਣੇਗਾ, ਉਹ ਰਾਜਾ ਹੈ ਇਸ ਵੇਲੇ ਤੇ ਮੈਂ ਤਾਂ ਇੱਕ ਤਾਂ ਗਰੀਬ ਆਦਮੀ ਹਾਂ। ਕਿਉਂਕਿ ਕਈ ਵਾਰੀ ਕੀ ਹੁੰਦਾ ਨਾ ਕਿ ਇਹ ਕੁਦਰਤੀ ਹੁੰਦਾ ਕਿ ਧਨ ਦੇ ਭੁਲੇਖੇ ਵਿੱਚ ਮਨੁੱਖ ਆਪਣੇ ਨਾਲ ਵਾਲਿਆਂ ਨੂੰ ਪਹਿਚਾਣਨਾ ਬੰਦ ਕਰ ਦਿੰਦਾ ਹੈ। ਜਦੋਂ ਬੰਦੇ ਕੋਲ ਧਨ ਆ ਜਾਵੇ ਨਾ, ਤੇ ਮਾਂ ਬਾਪ ਨੂੰ ਵੀ ਕਹਿੰਦਾ ਇਹ ਪਤਾ ਨਹੀਂ ਕੌਣ ਨੇ। ਕਿਉਂਕਿ ਜਦੋਂ ਆਪਣੇ ਕੋਲ ਧਨ ਹੁੰਦਾ ਤੇ ਉਹ ਮਾਂ ਬਾਪ ਤੋਂ ਮੁਨਕਰ ਹੋ ਜਾਂਦਾ ਵੀ ਇਹ ਮੇਰੇ ਮਾਂ ਬਾਪ ਨਹੀਂ ਹਨ। ਕਿਉਂਕਿ ਉਹ ਗਰੀਬੀ ਦੇ ਵਿੱਚ, ਜਾਂ ਉਹਨਾਂ ਦਾ ਰੂਪ ਰੰਗ ਸੋਹਣਾ ਨਹੀਂ, ਪੂਰੀ ਜ਼ਿੰਦਗੀ ਕੰਮ ਕਾਰ ਕਰਦੇ ਰਹੇ, ਬੰਦੇ ਕੋਲ 4 ਪੈਸੇ ਆ ਗਏ ਤਾਂ ਬੰਦਾ ਕਹਿੰਦਾ ਇਹ ਮੇਰੇ ਮਾਂ ਬਾਪ ਹੀ ਨਹੀਂ, ਇਹ ਮੇਰੇ ਮਾਤਾ ਪਿਤਾ ਨਹੀਂ। ਇਹ ਕੋਈ ਕੋਈ ਹੁੰਦਾ। ਮਨ ਵਿੱਚ ਬੜਾ ਡਾਊਟ ਸੀ ਕਿ ਵੀ ਪਤਾ ਨਹੀਂ ਪਹਿਚਾਣੇਗਾ ਨਹੀਂ ਪਹਿਚਾਣੇਗਾ। ਤੇ ਪਰ ਕਹਿੰਦੇ ਜਦੋਂ ਇਹ ਉੱਥੇ ਪਹੁੰਚਦੇ ਨੇ ਸੁਦਾਮਾ ਜੀ, ਤਾਂ ਇਹਨਾਂ ਨੂੰ ਦੇਖਦੇ ਸਾਰ ਕ੍ਰਿਸ਼ਨ ਜੀ ਕਹਿੰਦੇ ਪਹਿਚਾਣ ਲੈਂਦੇ ਨੇ ਤੇ ਆਪਣੀ ਗਲਵੱਕੜੀ ਵਿੱਚ ਲਾ ਲੈਂਦੇ ਹਨ। ਮਿਹਰ ਦੀ ਨਜ਼ਰ ਨਾਲ ਅਮੁਕ ਧਨ ਸੋਭਾ ਸਾਰੀਆਂ ਚੀਜ਼ਾਂ ਬਖਸ਼ ਕੇ ਵਾਪਸ ਤੋਰਦੇ ਹਨ। ਤੇ ਇਹ ਤਾਂ ਚਲੋ ਪੁਰਾਣੀਆਂ ਸਾਖੀਆਂ ਨੇ, ਗੱਲਾਂ ਨੇ। ਮੈਂ ਅੱਜ ਤੋਂ ਸੰਨ 2000 ਸ਼ਾਇਦ 8-9 ਦੀ ਗੱਲ ਹੋਣੀ ਹੈ, ਮੈਂ ਇੱਕ ਨਗਰ ਗਿਆ ਸੀ ਮੱਧ ਪ੍ਰਦੇਸ਼ ਵਿੱਚ ਕਥਾ ਕਰਨ ਵਾਸਤੇ। ਤਾਂ ਉੱਥੇ ਬਿਲਕੁਲ ਸੇਮ ਐਸੀ ਘਟਨਾ ਜਿਹੜੀ ਹੈ ਉਹ ਮੈਨੂੰ ਕਿਸੇ ਗੁਰਮੁਖ ਸੱਜਣ ਨੇ ਦੱਸੀ। ਜਦੋਂ ਮੈਂ ਉੱਥੇ ਗਿਆ
ਤਾਂ ਉੱਥੇ ਗੁਰਦੁਆਰੇ ਤੋਂ ਜਿਵੇਂ ਅਸੀਂ ਨਿਕਲ ਰਹੇ ਸਨ, ਨਾਲ ਦਾ ਘਰ ਸੀ ਕਿਸੇ ਦਾ, ਤੇ ਉਹ ਬੰਦਾ ਸਵੇਰੇ ਸਵੇਰੇ ਕਿਤੇ ਘਰ ਅਸੀਂ ਨਾਸ਼ਤਾ ਕਰਨ ਜਾ ਰਹੇ ਸਨ, ਤਾਂ ਉਸਨੇ ਆ ਕੇ ਨਾ ਰੋਣਾ ਸ਼ੁਰੂ ਕਰ ਦਿੱਤਾ। ਜਿਹੜੇ ਸਿੰਘ ਸੀ ਨਾਲ, ਰਾਗੀ ਜੱਥਾ ਸੀ, ਦਾਸ ਦੇ ਨਾਲ ਦਾਸ ਸੀ, ਤੇ ਗੁਰੂ ਘਰ ਦੇ ਵਜ਼ੀਰ ਸਨ, ਗ੍ਰੰਥੀ ਸਿੰਘ ਸਨ ਉੱਥੇ ਦੇ। ਮੈਂ ਕਥਾ ਕਰਨ ਵਾਸਤੇ ਗਿਆ ਸੀ, ਤੇ ਉਹ ਪੈਰ ਫੜ ਕੇ ਤੇ ਨਾਲ ਰੋਣ ਲੱਗ ਪਿਆ। ਮੈਂ ਪੁੱਛਿਆ ਵੀ ਸੁੱਖ ਸ਼ਾਂਤ ਹੈ? ਕਹਿੰਦੇ ਹਾਂ ਸਭ ਠੀਕ ਹੈ, ਤੁਸੀਂ ਇੱਕ ਕੰਮ ਕਰੋ ਕਿ ਮੇਰੇ ਘਰ ਦੇ ਵਿੱਚ ਨਾ ਚਰਨ ਪਾਓ। ਅਸੀਂ ਕਿਹਾ ਵੀ ਅਸੀਂ ਪ੍ਰਸਾਦਾ ਛਕਣ ਜਾ ਰਹੇ ਹਾਂ, ਮੁੜ ਕੇ ਤੇਰੇ ਕੋਲ ਆ ਜਾਵਾਂਗੇ। ਕਹਿੰਦੇ ਨਹੀਂ, ਪਹਿਲਾਂ ਮੇਰੇ ਘਰ ਚਲੋ। ਬੜਾ ਉੱਚੀ ਉੱਚੀ ਰੋ ਰਿਹਾ ਸੀ। ਇਹ ਕਵਰਧਾ ਦੀ ਗੱਲ ਹੈ। ਇਹ ਕਵਰਧਾ ਪੈਂਦਾ ਰਾਏਪੁਰ ਦੇ ਲਾਗੇ ਤਾਗੇ, ਇੱਕ ਨਗਰ ਹੈ, ਉੱਥੇ ਸਿੱਖਾਂ ਦੀ ਕਾਫੀ ਵਸੋਂ ਆਬਾਦੀ ਹੈ। ਬੜਾ ਸੋਹਣਾ ਗੁਰਦੁਆਰਾ ਬਣਾਇਆ ਉਹਨਾਂ ਨੇ। ਤੇ ਉੱਥੇ ਜਦੋਂ ਉਹਦੇ ਘਰ ਗਏ ਤੇ ਉਹ ਸਾਨੂੰ ਕਹਿੰਦਾ ਵੀ ਕੁਰਸੀ ਤੇ ਬੈਠੋ। ਬੜੀ ਆਓ ਭਗਤ ਕੀਤੀ ਉਸਨੇ, ਤੇ ਰੋਈ ਜਾਵੇ। ਤੇ ਉਸਨੇ ਫਿਰ ਆਪਣਾ ਹਾਲ ਦੱਸਿਆ। ਕਹਿੰਦੇ ਸਾਲ ਪਹਿਲਾਂ ਮੈਂ ਰਾਏਪੁਰ ਰੇਲਵੇ ਸਟੇਸ਼ਨ ਤੇ ਕੁੱਲੀ ਲੱਗਿਆ ਹੋਇਆ ਸਾਂ। ਮੈਂ ਕੁੱਲੀ ਸੀ, ਲੋਕਾਂ ਦਾ ਸਮਾਨ ਉਠਾਉਂਦਾ ਸੀ। ਕਹਿੰਦੇ ਮੇਰਾ ਕਲਾਸ ਫੈਲੋ ਸੀ ਡਾਕਟਰ ਰਮਨ, ਜਿਹੜਾ ਮੁੱਖ ਮੰਤਰੀ ਸੀ। ਅਸੀਂ ਇਕੱਠੇ ਪੜ੍ਹੇ ਨੇ। ਉਹ ਵੀ ਕਵਰਧਾ ਦਾ ਰਹਿਣ ਵਾਲਾ, ਡਾਕਟਰ ਰਮਨ ਵੀ, ਜਿਹੜਾ ਉੱਥੇ ਮੁੱਖ ਮੰਤਰੀ 10 ਸਾਲ ਰਿਹਾ। ਕਹਿੰਦੇ ਅਸੀਂ ਜਮਾਤੀ ਸੀ ਦੋਵੇਂ, ਤੇ ਮੈਂ ਕੁੱਲੀ ਦੀ ਨੌਕਰੀ ਕਰਦਾ ਸੀ। ਕਿਸੇ ਟ੍ਰੇਨ ਦਾ ਉਦਘਾਟਨ ਕਰਨਾ ਸੀ। ਕਹਿੰਦੇ ਉੱਥੇ ਉਹ ਆਇਆ। ਮੈਂ ਤਾਂ ਜਾਣਦਾ ਹੀ ਸੀ, ਕਿਉਂਕਿ ਉਹ ਮੈਨੂੰ ਤਾਂ ਇਹ ਸੀ ਵੀ ਇਹ ਮੈਨੂੰ ਪਹਿਚਾਣੇਗਾ ਨਹੀਂ, ਪਰ ਮੈਂ ਕਿਸੇ ਦਾ ਸਮਾਨ ਲੈ ਕੇ ਜਾ ਰਿਹਾ ਸੀ, ਤੇ ਉਹ ਉੱਥੇ ਆਪਣਾ ਲੈਕਚਰ ਕਰ ਰਿਹਾ ਸੀ। ਪਰ ਉਹਨੇ ਕਹਿੰਦੇ ਦੂਰੋਂ ਮੈਨੂੰ ਪਹਿਚਾਣ ਲਿਆ। ਪਹਿਚਾਣ ਕੇ ਉਹ ਕਹਿੰਦਾ ਤੂੰ ਫਲਾਣਾ ਸਿੰਘ ਹੈ? ਕਹਿੰਦੇ ਹਾਂ। ਕਹਿੰਦੇ ਯਾਰ ਆਪਾਂ ਤਾਂ ਇਕੱਠੇ ਪੜ੍ਹੇ ਹਾਂ, ਦੋਨੋਂ ਜਮਾਤੀ ਹਾਂ, ਤੇ ਇਹ ਕੀ ਕਰ ਰਿਹਾ ਤੂੰ? ਕਦੀ ਮੇਰੇ ਕੋਲ, ਮੈਨੂੰ 10 ਸਾਲ ਹੋ ਗਏ ਮੁੱਖ ਮੰਤਰੀ ਬਣਨ ਨੂੰ, ਕਦੀ ਮੇਰੇ ਕੋਲ ਆਇਆ ਹੀ ਨਹੀਂ ਤੂੰ। ਮੈਂ ਸੋਚਿਆ ਫਿਰ ਪਤਾ ਨਹੀਂ ਤੁਸੀਂ ਪਹਿਚਾਣੋਗੇ ਕਿ ਨਹੀਂ ਪਹਿਚਾਣੋਗੇ, ਤੁਸੀਂ ਇਤਨੇ ਵੱਡੇ ਬੰਦੇ ਹੋ। ਤੇ ਪਿਆਰ ਵੱਲ ਸੱਚ ਜਾਣਨਾ। ਤੇ ਉਸ ਵੇਲੇ ਉਹ ਕਹਿੰਦਾ ਲੈ ਕੋਈ ਇਹ ਗੱਲ ਹੀ ਨਹੀਂ ਹੈ, ਇੱਕ ਅੱਜ ਤੋਂ ਹੀ ਕੰਮ ਤੇਰਾ ਬੰਦ, ਤੇ ਪੂਰੇ ਛੱਤੀਸਗੜ੍ਹ ਦਾ ਨਾ ਤੂੰ ਬਾਰਦਾਨੇ ਦਾ ਜਿਹੜਾ ਕੰਮ ਹੁੰਦਾ, ਜਿਹੜੀ ਬੋਰੀਆਂ ਹੁੰਦੀਆਂ ਕਣਕ ਦੀ ਬੋਰੀਆਂ, ਹੋਰ ਮਸਾਲੇ ਦੀ ਬੋਰੀਆਂ, ਉਹ ਸਾਰਾ ਕੰਮ ਤੈਨੂੰ ਦੇ ਦਿੱਤਾ। ਕਹਿੰਦੇ ਰੱਬ ਦੀ ਕਿਰਪਾ ਹੋਈ। ਕਹਿੰਦੇ 1 ਸਾਲ ਦੇ ਪਹਿਲਾਂ ਮੈਂ ਕੁੱਲੀ ਸਾਂ, ਤੇ ਅੱਜ 1 ਕਰੋੜ ਦਾ ਮਾਲਕ ਹਾਂ। ਐਡਾ ਕੰਮ ਕਹਿੰਦੇ ਚੱਲਿਆ। ਇਹ ਹੁਣ ਦੀ ਮਿਸਾਲ ਦੇ ਰਿਹਾ ਮੈਂ। ਤੇ ਕਈ ਵਾਰੀ ਜਮਾਤੀ ਐਸਾ ਕੰਮ ਕਰ ਦਿੰਦੇ ਨੇ ਜਿਹੜਾ ਦੂਜਾ ਨਹੀਂ ਕਰ ਸਕਦਾ। ਇਹ ਰੱਬ ਦੀ ਖੇਡ ਹੈ। ਔਰ ਉਹ ਇਸ ਵੇਲੇ ਰੱਬ ਨੂੰ ਮੰਨਦਾ ਹੈ। ਕਹਿੰਦੇ ਇਹ ਰੱਬ ਦਾ ਕਰਿਸ਼ਮਾ ਹੀ ਕਹਿ ਸਕਦਾ ਮੈਂ। ਰੱਬ ਦੀ ਖੇਡ ਕਿਵੇਂ? ਕਹਿੰਦੇ ਡਾਕਟਰ ਰਮਨ ਇੱਕ ਮੁੱਖ ਮੰਤਰੀ 10 ਸਾਲ ਰਿਹਾ ਹੋਵੇ, ਤੇ ਮੇਰੇ ਵਰਗੇ ਪਾਟੇ ਦੇ ਕੱਪੜੇ ਪਾਏ ਹੋਣ, ਤੇ ਉਹਨੂੰ ਪਹਿਚਾਣ ਲਿਆ ਹੋਵੇ। ਭਗਤ ਜੀ ਇਸ ਤਰ੍ਹਾਂ ਦੀਆਂ ਉਦਾਹਰਨਾਂ ਦੇ ਕੇ ਕਹਿ ਰਹੇ ਨੇ। ਕਹਿੰਦੇ ਸੁਦਾਮਾ ਜੀ ਨੂੰ ਬੜਾ ਧਨ ਦਿੱਤਾ, ਤੇ ਉਸ ਨੂੰ ਕਹਿੰਦੇ ਰਜਾ ਕੇ ਸੋਭਾ ਬਖਸ਼ ਕੇ ਤੋੜ ਦਿੱਤਾ। ਕਹਿੰਦੇ ਉਗਰਸੈਨ ਕੋ ਰਾਜ ਦੀਏ। ਉਗਰਸੈਨ ਕੌਣ ਹੈ? ਇਹ ਸੀ ਕੰਸ ਦਾ ਪਿਓ। ਕੰਸ ਪਿਓ ਨੂੰ ਤਖਤੋਂ ਲਾ ਕੇ ਆਪ ਰਾਜ ਕਰਨ ਲੱਗ ਪਿਆ ਸੀ। ਜਿਹੜਾ ਕਿ ਕੰਸ ਦਾ ਪਿਤਾ ਸੀ ਨਾ, ਉਹਦਾ ਨਾਮ ਸੀ ਉਗਰਸੈਨ। ਕੰਸ ਦੇ ਪਿਓ ਦਾ ਨਾਮ ਸੀ ਉਗਰਸੈਨ। ਪਹਿਲਾਂ ਇਹ ਆਪ ਰਾਜਾ ਸੀ, ਪਰ ਕੰਸ ਨੇ ਆਪਣੇ ਪਿਓ ਨੂੰ ਰਾਜ ਤਖਤ ਤੇ ਉਤਾਰ ਕੇ ਆਪ ਗੱਦੀ ਜਿਹੜੀ ਸੀ ਉਹ ਹਾਸਲ ਕਰ ਲਈ ਸੀ, ਤੇ ਆਪ ਤਖਤ ਤੇ ਬੈਠ ਗਿਆ ਸੀ, ਤੇ ਆਪ ਜਿਹੜਾ ਉਹ ਰਾਜ ਕਰਨ ਲੱਗ ਪਿਆ ਸੀ ਕੰਸ। ਸ੍ਰੀ ਕ੍ਰਿਸ਼ਨ ਜੀ ਨੇ ਕੰਸ ਨੂੰ ਮਾਰ ਕੇ ਕਹਿੰਦੇ ਨੇ ਇਸ ਉਗਰਸੈਨ ਭਾਉ ਕੰਸ ਦੇ ਪਿਤਾ ਨੂੰ ਮੁੜ ਕੇ ਫਿਰ ਰਾਜ ਬਖਸ਼ਿਆ। ਇਹ ਉਦਾਹਰਨਾਂ ਦਿੱਤੀਆਂ। ਕਹਿੰਦੇ ਉਗਰਸੈਨ ਕੋ ਰਾਜ ਦੀਏ। ਫਿਰ ਕਹਿਣ ਲੱਗੇ ਜਪਹੀਨ, ਤਪਹੀਨ, ਕੁਲਹੀਨ, ਕਰਮਹੀਨ। ਭਗਤ ਜੀ ਨੇ ਉਦਾਹਰਨਾਂ ਦੇ ਕੇ ਆਖਿਆ, ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹ ਵੀ ਤਰ ਗਏ ਜਿਨ੍ਹਾਂ ਕੋਈ ਜਪ ਨਹੀਂ ਕੀਤੇ। ਇੱਕ ਵਾਰ ਉਚਾਰਨ ਕਰੋ ਸਤਨਾਮ। ਜਿਨ੍ਹਾਂ ਨੇ ਕੋਈ ਜਪ ਹੀ ਨਹੀਂ ਕੀਤਾ, ਵਾਹਿਗੁਰੂ ਦੀ ਕਿਰਪਾ ਹੋਈ, ਕਹਿੰਦੇ ਉਹ ਵੀ ਤਰ ਗਏ। ਜਪਹੀਨ। ਫਿਰ ਕਹਿਣ ਲੱਗੇ ਤਪਹੀਨ। ਕਹਿੰਦੇ ਕੋਈ ਤਪ ਨਹੀਂ ਸਾਧਾ ਜਿਸਨੇ, ਉਹ ਵੀ ਤਰ ਗਿਆ। ਕੁਲਹੀਨ। ਕਹਿੰਦੇ ਨੇ ਜਿਸ ਦੀ ਕੁਲ ਕੋਈ ਉੱਚੀ ਨਹੀਂ ਸੀ, ਔਰ ਜਿਨ੍ਹਾਂ ਦੀ ਕੋਈ ਉੱਚੀ ਕੁਲ ਨਹੀਂ ਸੀ, ਨੀਵੀਂ ਕੁਲ ਵਿੱਚ ਜਨਮ ਲਿਆ, ਪਰ ਉਸ ਦਾ ਨਾਮ ਜਪ ਕੇ ਉਹ ਵੀ ਤਰ ਗਏ। ਕਰਮਹੀਨ। ਕਰਮ ਦਾ ਅਰਥ ਹੈ ਕੋਈ ਚੰਗੇ ਅਮਲ ਨਹੀਂ ਸਨ, ਜਿਨ੍ਹਾਂ ਦੇ ਚੰਗੇ ਕਰਮ ਨਹੀਂ ਸਨ।
ਜਿਹੜੇ ਚੰਗੇ ਕਰਮਾਂ ਤੋਂ ਸਖਨੇ ਸਨ। ਕਹਿੰਦੇ ਉਸ ਦਾ ਨਾਮ ਜਪ ਕੇ ਉਹ ਵੀ ਤਰ ਗਏ। ਕਹਿਣ ਲੱਗੇ ਨਾਮੇ ਕੇ ਸੁਆਮੀ ਤਿਉ ਧਰੇ। ਹੇ ਨਾਮਦੇਵ ਦੇ ਸੁਆਮੀ ਅਕਾਲ ਪੁਰਖ ਵਾਹਿਗੁਰੂ, ਕਹਿੰਦੇ ਤੇਰੀ ਕਿਰਪਾ ਨਾਲ ਤਾਂ ਉਹ ਵੀ ਤਰ ਗਏ ਜਿਨ੍ਹਾਂ ਨੇ ਤੇਰੇ ਨਾਮ ਨੂੰ ਜਪਿਆ ਹੈ, ਤੇਰੀ ਬੰਦਗੀ ਕੀਤੀ ਹੈ। ਇਸ ਕਰਕੇ ਗੁਰਬਾਣੀ ਸਾਨੂੰ ਕਹਿੰਦੀ ਹੈ ਕਿ ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚੌਕੁੰਡ ਮਾਨੈ। ਨੀਚ ਜਾਤ ਹਰ ਜਪਦਿਆਂ ਉੱਤਮ ਪਦਵੀ ਪਾਏ। ਤੂੰ ਜਪਣਾ ਤੇ ਸ਼ੁਰੂ ਕਰ, ਵਾਹਿਗੁਰੂ ਤੇਰੇ ਤੇ ਕਿਰਪਾ ਕਰੇਗਾ, ਤੈਨੂੰ ਉੱਤਮ ਪਦਵੀ ਹਾਸਲ ਹੋ ਜਾਏਗੀ। ਇਸ ਕਰਕੇ ਗੱਲ ਜਾਤ ਦੀ ਨਹੀਂ, ਗੱਲ ਕੁਲ ਦੀ ਨਹੀਂ, ਗੱਲ ਤਪ ਦੀ ਨਹੀਂ। ਜੇ ਵਾਹਿਗੁਰੂ ਦੀ ਕਿਰਪਾ ਹੋ ਜਾਏ ਤਾਂ ਉਸ ਦੀ ਕਿਰਪਾ ਦੇ ਨਾਲ ਤਾਂ ਜਿਨ੍ਹਾਂ ਦੇ ਕੋਈ ਜਪ ਸਾਧਨਾ ਤਪ ਚੰਗੀ ਕੁਲ ਨਹੀਂ, ਉਹਨਾਂ ਨੂੰ ਵੀ ਇਸ ਮਾਲਕ ਦੇ ਨਾਮ ਨੇ ਤਾਰ ਦਿੱਤਾ। ਤੇ ਤੂੰ ਨਾਮ ਜਪੇਂਗਾ, ਭਗਤ ਨਾਮਦੇਵ ਕਹਿਣਾ ਚਾਹੁੰਦੇ, ਤੂੰ ਕਿਉਂ ਨਹੀਂ ਤਰੇਂਗਾ? ਜੇ ਤੂੰ ਨਾਮ ਜਪੇ, ਵਾਹਿਗੁਰੂ ਦੀ ਵਡਿਆਈ ਕਰੇ, ਤੇਰਾ ਵੀ ਪਾਰ ਉਤਾਰਾ ਹੋ ਜਾਣਾ ਹੈ। ਤੂੰ ਵੀ ਭਵਸਾਗਰ ਤੋਂ ਤਰ ਜਾਏਗਾ ਜੇ ਵਾਹਿਗੁਰੂ ਦੀ ਬੰਦਗੀ ਕਰੇਗਾ। ਸੋ ਇਸ ਪਾਵਨ ਸ਼ਬਦ ਦੇ ਵਿੱਚ ਸਾਖੀਆਂ ਜਿਹੜੀਆਂ ਲਈਆਂ ਨੇ ਉਹ ਸ੍ਰੀ ਰਾਮਚੰਦਰ ਜੀ ਦੀ ਤੇ ਕ੍ਰਿਸ਼ਨ ਜੀ ਦੋਹਾਂ ਨਾਲ ਸੰਬੰਧਿਤ ਸਾਖੀਆਂ ਲਈਆਂ ਨੇ। ਤੇ ਇਸ ਤੋਂ ਸਾਫ਼ ਪ੍ਰਤੱਖ ਹੈ ਕਿ ਨਾਮਦੇਵ ਜੀ ਇਹਨਾਂ ਵਿੱਚੋਂ ਕਿਸੇ ਖਾਸ ਇੱਕ ਅਵਤਾਰ ਦੇ ਪੁਜਾਰੀ ਨਹੀਂ ਹਨ। ਜਿਵੇਂ ਲੋਕ ਕਹਿੰਦੇ ਨੇ ਕ੍ਰਿਸ਼ਨ ਜੀ ਦੇ ਪੁਜਾਰੀ ਸਨ, ਕੋਈ ਕਹਿੰਦਾ ਰਾਮ ਦੇ ਪੁਜਾਰੀ ਸਨ, ਕਿਉਂਕਿ ਸਾਖੀਆਂ ਦੋਨਾਂ ਦੀਆਂ ਲਈਆਂ। ਔਰ ਇਹਨਾਂ ਰਾਹੀਂ ਜਿਹੜੇ ਭਗਤ ਨੇ ਉਹ ਪਰਮਾਤਮਾ ਦੀ ਮਿਹਰ ਦੀ ਗੱਲ ਕਰਦੇ ਹੋਏ ਸਾਨੂੰ ਦੱਸ ਰਹੇ ਨੇ ਕਿ ਉਸ ਵਾਹਿਗੁਰੂ ਜੀ ਦੀ ਮਿਹਰ ਦੇ ਨਾਲ ਤਰ ਜਾਈਦਾ। ਔਰ ਉਹਨਾਂ ਤੋਂ ਵੀ ਮੈਂ ਬਲਿਹਾਰ ਹਾਂ ਜਿਹੜੇ ਵਾਹਿਗੁਰੂ ਦੇ ਨਾਮ ਨੂੰ, ਪਰਮੇਸ਼ਰ ਦੇ ਨਾਮ ਨੂੰ ਜਪਦੇ ਹਨ। ਔਰ ਇਹ ਵੀ ਦੱਸ ਰਹੇ ਨੇ ਸਿਮਰਨ ਦੀ ਐਸੀ ਵਡਿਆਈ ਹੈ, ਦੁਨੀਆ ਦੇ ਲੋਕੋ ਵੱਡੇ ਵੱਡੇ ਕੁਕਰਮੀ ਨੀਚ ਕੁਲ ਵਾਲੇ ਬੰਦੇ ਵੀ ਤਰ ਜਾਂਦੇ ਨੇ। ਜੇ ਤੁਸੀਂ ਨਾਮ ਜਪੋਗੇ ਤੁਹਾਡਾ ਵੀ ਪਾਰ ਉਤਾਰਾ ਹੋ ਜਾਏਗਾ। ਉਹਦੀ ਸਿਮਰਨ ਵਿੱਚ ਐਸੀ ਤਾਕਤ ਹੈ, ਨਾਮ 'ਚ ਐਸੀ ਤਾਕਤ ਹੈ। ਕਿਉਂਕਿ ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆਂ ਮੇਰਾ ਮਾਥੈ ਛਤਤ ਰਹਿ, ਜਾ ਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਟਰੈ, ਨੀਚਾਂ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਨਾਮਦੇਵ ਕਬੀਰ ਤ੍ਰਿਲੋਚਨ ਸਦਨਾ ਸਹਿਨ ਤਰੈ, ਕਹਿ ਰਵਿਦਾਸ ਸੁਣੋ ਰੇ ਸੰਤੋ ਹਰ ਜੀਉ ਤੇ ਸਵੈ ਸਰੈ। ਸਰਨਾ ਵਾਹਿਗੁਰੂ ਜੀ ਤੋਂ ਹੀ ਹੈ, ਉਸ ਤੋਂ ਬਿਨਾਂ ਗੱਲ ਬਣਨੀ ਨਹੀਂ। ਇਸ ਕਰਕੇ ਉਸ ਦਾ ਨਾਮ ਜਪੀਏ। ਨਾਮ ਦੀ ਵਡਿਆਈ ਇਹ ਹੈ ਕਿ ਨਾਮ ਜਪਾਂਗੇ, ਜਿਤਨੇ ਮਰਜੀ ਮਾੜੇ ਕਰਮ ਕੀਤੇ ਹੋਣਗੇ ਗੁਰੂ ਕਿਰਪਾ ਕਰੇਗਾ, ਪਿਛਲੇ ਔਗੁਣ ਬਖਸ਼ ਲਏ ਪ੍ਰਭ ਆਗੇ, ਮਾਰਗ ਪਾਵੇ ਦੀ ਦਾਤ ਸਾਡੀ ਝੋਲੀ 'ਚ ਪਾ ਦੇਗਾ। ਇਤਨੇ ਬਚਨ ਪ੍ਰਵਾਨ। ਸਾਰਿਆਂ ਦਾ ਧੰਨਵਾਦ ਜੀ। ਆਇਆਂ ਨੂੰ ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।